ਅੱਜ ਆਪਾਂ ਦੇਖੋ ਕਰਾਂਗੇ ਜੀ ਮਰਾਠਾ ਐਮਪਾਇਰ, ਠੀਕ ਹੈ। ਅਗਰ ਨਹੀਂ ਵੀ ਤੁਸੀਂ ਕੀਤਾ ਤਾਂ ਵੀ ਤੁਹਾਨੂੰ ਸਮਝ ਆਏਗਾ। ਤਾਂ ਮਰਾਠਾ ਐਮਪਾਇਰ ਦੇਖੋ ਆਪਾਂ ਨੇ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ ਕਿ ਜਦੋਂ ਬ੍ਰਿਟਿਸ਼ਰਸ ਆਏ ਸੀਗੇ, ਈਸਟ ਇੰਡੀਆ ਕੰਪਨੀ ਵਾਲੇ ਆਏ ਸੀਗੇ, ਉਹਨਾਂ ਨੇ ਕਾਫੀ ਸਾਰੀਆਂ ਲੜਾਈਆਂ ਹੋਈਆਂ ਸੀ। ਬੰਗਾਲ ਦੇ ਨਵਾਬ ਨਾਲ ਵੀ ਆਪਾਂ ਦੇਖਿਆ ਸੀਗਾ ਲੜਾਈਆਂ ਹੋਈਆਂ, ਪਲਾਸੀ ਵੀ ਪੜਿਆ ਆਪਾਂ ਨੇ, ਬਕਸਰ ਵੀ ਪੜਿਆ, ਫਿਰ ਆਪਾਂ ਨੇ ਪੜਿਆ ਸੀਗਾ ਮਰਾਠਿਆਂ ਦੇ ਨਾਲ ਉਹਨਾਂ ਦੇ 3 ਯੁੱਧ ਹੋਏ ਸੀ, ਠੀਕ ਹੈ ਜੀ। ਮਰਾਠਿਆਂ ਦੇ ਨਾਲ ਵੀ ਯੁੱਧ ਹੋਏ ਸੀ। ਤਾਂ ਅੱਜ ਆਪਾਂ ਨੇ ਉਦੋਂ ਡਿਸਕਸ ਥੋੜਾ ਕੀਤਾ ਸੀ ਵੀ ਕਿਹੜੇ 3 ਯੁੱਧ ਹੋਏ ਸੀ। ਅੱਜ ਆਪਾਂ ਮਰਾਠਾ ਐਮਪਾਇਰ ਨੂੰ ਵੀ ਡਿਸਕਸ ਕਰਦੇ ਹਾਂ ਕਿਉਂਕਿ ਮਰਾਠਾ ਐਮਪਾਇਰ ਦੇ ਵਿੱਚੋਂ ਵੀ ਕੁਐਸਚਨ ਆ ਜਾਂਦੇ ਹੁੰਦੇ ਨੇ। ਹੁਣ ਪਹਿਲੀ ਗੱਲ ਤਾਂ ਇੱਥੇ ਇੱਕ ਸਮਝਣ ਵਾਲੀ ਹੈ ਕਿ ਜਿਵੇਂ ਆਪਾਂ ਬੰਗਾਲ ਦੇ ਵਿੱਚ ਰਾਜੇ ਨੂੰ ਨਵਾਬ ਬੋਲਦੇ ਸੀਗੇ ਜਾਂ ਓਵਰਆਲ ਜਿਹੜਾ ਕੋਈ ਕਿਸੇ ਕਿੰਗਡਮ ਦਾ ਰਾਜਾ ਹੁੰਦਾ ਸੀ ਉਹਨੂੰ ਆਪਾਂ ਕਿੰਗ ਜਾਂ ਰਾਜਾ ਬੋਲਦੇ ਸੀਗੇ। ਇੱਥੇ ਰਾਜਾ ਨਹੀਂ ਬੋਲਿਆ ਜਾਂਦਾ ਸੀ, ਰਾਜਾ ਦੀ ਜਗ੍ਹਾ ਤੇ ਕੀ ਬੋਲਿਆ ਜਾਂਦਾ ਸੀ? ਛਤਰਪਤੀ, ਠੀਕ ਹੈ। ਸਭ ਤੋਂ ਪਹਿਲਾਂ ਮਤਲਬ ਛਤਰਪਤੀ ਕੀ ਹੋਗਾ? ਮਰਾਠਾ ਐਮਪਾਇਰ ਦਾ ਜਿਹੜਾ ਰਾਜਾ ਹੋਗਾ ਉਹਨੂੰ ਕੀ ਬੋਲਿਆ ਜਾਏਗਾ? ਛਤਰਪਤੀ, ਕਲੀਅਰ। ਉਸ ਤੋਂ ਬਾਅਦ ਦੂਸਰਾ ਇੱਥੇ ਟਾਈਟਲ ਹੁੰਦਾ ਪੇਸ਼ਵਾ। पेशवा की सीगा? पेशवा सीगा जी अपने पास जिहड़ा किंग सीगा ओदा सेनापति, मतलब ਇਹਦੇ ਵਿੱਚ ਜਿਹੜਾ ਛਤਰਪਤੀ ਹੋਊਗਾ ਉਹਦੇ ਕੀ ਹੋਊਗੀ? ਉਹਦੀ ਇੱਕ ਮੰਤਰੀ ਮੰਡਲ ਹੋਏਗੀ। ਮੰਤਰੀ ਮੰਡਲ ਦੇ ਵਿੱਚ ਜਿਹੜਾ ਸਭ ਤੋਂ ਹਾਈਐਸਟ ਡੈਜ਼ਿਗਨੇਸ਼ਨ ਹੋਏਗਾ ਜਾਂ ਹਾਈਐਸਟ ਪਦ ਹੋਏਗਾ ਉਹ ਕਿਹਦਾ ਹੋਏਗਾ ਜੀ? ਪੇਸ਼ਵਾ। ਪੇਸ਼ਵਾ ਕੀ ਸੀਗੇ ਜੀ? ਜਿਹੜੇ ਸੈਨਾਪਤੀ ਸੀਗੇ। ਮਰਾਠਾ ਐਮਪਾਇਰ ਜਿਹੜਾ ਬਿਲਡਅਪ ਹੋਇਆ ਪੇਸ਼ਵਾ ਦੀ ਵਜ੍ਹਾ ਕਰਕੇ ਹੀ ਬਿਲਡਅਪ ਹੋਇਆ। ਫਿਰ ਆਪਾਂ ਦੇਖਾਂਗੇ ਕਿ ਕਦੋਂ ਸ਼ਾਹੂ ਜੀ ਦੀ ਡੈਥ ਤੋਂ ਬਾਅਦ ਸ਼ਾਹੂ ਜੀ ਛਤਰਪਤੀ ਵਾਲਾ ਕਨਸੈਪਟ ਇਹਨਾਂ ਨੇ ਖਤਮ ਕਰਤਾ ਔਰ ਪੇਸ਼ਵਾ ਹੀ ਕੀ ਕਰਨ ਲੱਗੇ? ਰੂਲ ਕਰਨ ਲੱਗੇ। ਸਮਝ ਆ ਗਿਆ? ਬੇਸਿਕ ਚੀਜ਼ਾਂ ਸਿੰਪਲ। ਰਾਜੇ ਨੂੰ ਕੀ ਕਿਹਾ ਜਾਂਦਾ ਸੀਗਾ? ਛਤਰਪਤੀ। ਤੇ ਜਿਹੜਾ ਸੈਨਾਪਤੀ ਹੁੰਦਾ ਸੀ ਉਹਨੂੰ ਕੀ ਬੋਲਦੇ ਸੀਗੇ? ਪੇਸ਼ਵਾ ਬੋਲਦੇ ਸੀ। ਹੁਣ ਗੱਲ ਆਉਂਦੀ ਹੈ ਕਿ ਜਿਹੜੇ ਮਰਾਠੇ ਸੀਗੇ ਉਹ ਕਿਹੜੇ ਰੀਜਨ ਦੇ ਵਿੱਚ ਰੂਲ ਕਰਦੇ ਸੀਗੇ? ਉਹ ਮਹਾਰਾਸ਼ਟਰ ਵਾਲੇ ਏਰੀਆ ਦੇ ਵਿੱਚ ਰੂਲ ਕਰਦੇ ਸੀ, ਠੀਕ ਹੈ। ਇਹ ਚੀਜ਼ਾਂ ਬੇਸਿਕ ਨੇ ਜਿਹੜੀਆਂ। ਹਾਂਜੀ ਮੈਡਮ ਜਿਹੜਾ ਤੁਸੀਂ ਮੈਪ ਲਾ ਰੱਖਿਆ ਚੱਲ ਰਿਹਾ ਜੀ? ਨਹੀਂ ਜੀ ਇਹ ਵਾਲਾ ਨਹੀਂ ਚੱਲ ਰਿਹਾ। 1 ਮਿੰਟ ਮੈਂ ਇਧਰੋਂ ਫੈਨ ਬੰਦ ਕਰ ਦਿੰਦੀ ਹਾਂ। ਠੀਕ ਹੈ। हाँ जी ਹੁਣ ਆਏਗੀ ਜੀ ਆਵਾਜ਼, ਤੁਹਾਨੂੰ ਸਹੀ ਆਏਗੀ, ठीक है जी। इधर रिमोट किथे है? इधर भी फैन ऑफ हो जाएगा। चलो अच्छा सुनो जी, ਤਾਂ ਆਪਾਂ ਨੇ ਸਮਝ ਲਿਆ, ਠੀਕ ਹੈ। ਮਰਾਠਾ ਵਾਲੇ ਏਰੀਆ ਦੇ ਵਿੱਚ ਰੂਲ ਕਰਦੇ ਸੀਗੇ, ਪਹਿਲੀ ਗੱਲ। ਦੂਸਰੇ ਰਾਜੇ ਨੂੰ ਆਪਾਂ ਛਤਰਪਤੀ ਕਹਿੰਦੇ ਸੀਗੇ ਤੇ ਜਿਹੜਾ ਕਮਾਂਡਰ ਇਨ ਚੀਫ ਮਤਲਬ ਸੈਨਾਪਤੀ ਹੁੰਦਾ ਸੀਗਾ ਉਹਨੂੰ ਆਪਾਂ ਕੀ ਬੋਲਦੇ ਸੀਗੇ? ਪੇਸ਼ਵਾ। ਤਾਂ ਆਪਾਂ ਸ਼ੁਰੂ ਤੋਂ ਦੇਖਾਂਗੇ ਜਦੋਂ ਮਰਾਠਾ ਐਮਪਾਇਰ ਬਿਲਡਅਪ ਹੋਇਆ ਤਾਂ ਕਿਹੜੇ ਸਭ ਤੋਂ ਪਹਿਲਾਂ ਛਤਰਪਤੀ ਕਿਹੜੇ ਆਏ, ਠੀਕ ਹੈ। ਹੁਣ ਦੇਖੋ ਕੀ ਹੋਇਆ ਜਦੋਂ ਆਪਾਂ ਨੇ ਪੜਿਆ ਸੀਗਾ ਕਿ ਜਿਹੜਾ ਔਰੰਗਜ਼ੇਬ ਨੇ ਜਜ਼ੀਆ ਨੂੰ ਰੀਇੰਪੋਜ਼ ਕਰਤਾ ਸੀਗਾ। ਆਪਾਂ ਨੇ ਪੜਿਆ ਸੀ ਨਾ, ਦੇਖੋ ਆਪਾਂ ਨੇ ਪੜਿਆ ਸੀਗਾ ਕਿ ਅਸ਼ੋਕ ਉਹ ਰਾਜਾ ਹੋਇਆ ਜਿਹਨੇ ਜਜ਼ੀਆ ਨੂੰ ਕੀ ਕੀਤਾ ਸੀਗਾ? ਖਤਮ ਕੀਤਾ ਸੀ। ਫਿਰ ਔਰੰਗਜ਼ੇਬ ਦੇ ਟਾਈਮ ਜਿਹੜਾ ਜਜ਼ੀਆ ਟੈਕਸ ਸੀਗਾ ਉਹ ਦੁਬਾਰਾ ਕੀ ਹੋ ਗਿਆ ਸੀਗਾ? ਫਿਰ ਸ਼ੁਰੂ ਕਰਤਾ ਸੀ। ਔਰੰਗਜ਼ੇਬ ਨੇ ਜਜ਼ੀਆ ਕਿਉਂ ਵਸੂਲਣਾ ਸ਼ੁਰੂ ਕਰਤਾ ਸੀ? ਕਿਉਂਕਿ ਉਹਨੂੰ ਮਰਾਠਾਸ ਦੇ ਨਾਲ ਖੁੰਦਕ ਸੀਗੀ। ਮਰਾਠਾ ਦੇ ਟਾਈਮ, ਸ਼ਿਵਾਜੀ ਦੇ ਟਾਈਮ, ਇਹਨਾਂ ਦੇ ਟਾਈਮ ਕੀ ਹੋਇਆ? औरंगजेब ਨੂੰ एक्सेप्ट करना ਪਿਆ ਕਿ ਮੈਂ ਇਹਨਾਂ ਨੂੰ ਹਰਾ ਨਹੀਂ ਸਕਦਾ ਔਰ ਇਹਨਾਂ ਨੂੰ ਰਾਜਾ ਡਿਕਲੇਅਰ ਕਰਨਾ ਪਿਆ, ਪਰ ਉਹਨੇ ਇਸ ਖੁੰਦਕ ਦੇ ਵਿੱਚ ਆ ਕੇ ਹਿੰਦੂਸ ਦੇ ਉੱਪਰ ਜਜ਼ੀਆ ਇੰਪੋਜ਼ ਕਰਤਾ। ਸਮਝ ਆ ਗਈ? ਤਾਂ ਹੁਣ ਆਪਾਂ ਕੀ ਪੜਾਂਗੇ? ਇਹਨਾਂ ਦੀ ਸੀਕੁਐਂਸ ਵੀ ਕਿਹੜੇ ਆਏ ਨੇ, ਫਿਰ ਕਿਹੜੇ ਪੇਸ਼ਵਾ ਹੋਏ ਨੇ, ਕਿ ਕਿਹੜੇ ਏਰੀਆ ਦੇ ਵਿੱਚ ਇਹਨਾਂ ਨੇ ਰੂਲ ਕੀਤਾ ਤੇ ਕਿਹੜੀ ਇਹਨਾਂ ਦੀ ਕਮਿਊਨਿਟੀ ਸੀ, ਕਿਹੜੀਆਂ ਲੜਾਈਆਂ ਸੀਗੀਆਂ, ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਸਮਝ ਆ ਗਿਆ? ਇਹਨਾਂ ਦਾ ਕਲੀਅਰ ਹੈ? ਚਲੋ ਦੇਖੋ ਸਭ ਤੋਂ ਪਹਿਲੇ ਜਿਹੜੇ ਛਤਰਪਤੀ ਹੋਏ ਨੇ ਉਹਨਾਂ ਦਾ ਨਾਮ ਸੀਗਾ ਛਤਰਪਤੀ शिवाजी महाराज। ਸਭ ਨੂੰ ਹੀ ਪਤਾ ਹੈ ਛਤਰਪਤੀ शिवाजी महाराज ਬਹੁਤ ਜ਼ਿਆਦਾ ਕੀ ਹੋਏ ਸੀ? ਬਰੇਵ ਕਿੰਗ ਹੋਏ ਨੇ, ਠੀਕ ਹੈ, ਬਹੁਤ ਬਰੇਵ ਸੀਗੇ ਇਹ। ਇਹਨਾਂ ਦੀ ਡੈਥ ਤੋਂ ਬਾਅਦ ਆਏ ਨੇ ਸ਼ੰਭਾਜੀ। ਇਹਦੇ ਤੋਂ ਪਹਿਲੇ 3 ਕੁਝ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ, ਆਪਾਂ ਪਹਿਲਾਂ ਦੇਖ ਲੈਂਦੇ ਹਾਂ ਸੀਕੁਐਂਸ। ਫਿਰ ਆਏ ਨੇ ਰਾਜਾ ਰਾਮ, ਉਸ ਤੋਂ ਬਾਅਦ ਆਏ ਨੇ ਜੀ शिवाजी 2, ਫਿਰ ਆਏ ਨੇ ਸ਼ਾਹੂ ਜੀ। ਹੁਣ ਜਦੋਂ ਸ਼ਾਹੂ ਜੀ ਆਏ ਸੀਗੇ, ਸ਼ਾਹੂ ਜੀ ਦੇ ਟਾਈਮ ਹੀ ਪੇਸ਼ਵਾ ਦਾ ਜਿਹੜਾ ਟਾਈਟਲ ਸੀਗਾ ਸ਼ੁਰੂ ਹੋਇਆ ਸੀਗਾ। ਮਤਲਬ ਪਹਿਲਾਂ ਪੇਸ਼ਵਾ ਕਿਤੇ ਵੀ ਨਹੀਂ ਦਿਖ ਰਹੇ ਸੀਗੇ। ਜਦੋਂ ਸ਼ਾਹੂ ਜੀ ਐਟ ਦਾ ਐਂਡ ਸ਼ਾਹੂ ਜੀ ਆਏ ਤਾਂ ਇਹਨਾਂ ਤੋਂ ਹੀ ਕੀ ਹੋਇਆ ਜੀ? ਪੇਸ਼ਵਾ ਦਾ ਜਿਹੜਾ ਡੈਜ਼ਿਗਨੇਸ਼ਨ ਹੈ ਨਿਕਲ ਕੇ ਸਾਹਮਣੇ ਆਇਆ। ਤਾਂ ਸ਼ਾਹੂ ਜੀ ਦੇ ਟਾਈਮ ਸਭ ਤੋਂ ਇੰਪੋਰਟੈਂਟ ਪੇਸ਼ਵਾ ਹੋਏ ਨੇ ਜੀ ਬਾਲਾਜੀ ਵਿਸ਼ਵਨਾਥ। ਬਾਲਾਜੀ ਵਿਸ਼ਵਨਾਥ ਦੀ ਡੈਥ ਤੋਂ ਬਾਅਦ ਕੀ ਹੋਇਆ ਜੀ? ਇਹਨਾਂ ਦਾ ਬੇਟਾ ਹੈ ਜਿਹੜਾ ਬਾਜੀਰਾਓ 1, ਜਿਹਦੇ ਉੱਪਰ ਮੂਵੀ ਬਣੀ ਹੋਈ ਆ ਬਾਜੀਰਾਓ ਮਸਤਾਨੀ, ਦੇਖੀਏ ਤੁਸੀਂ, ਠੀਕ ਹੈ। ਬਾਜੀਰਾਓ ਮਸਤਾਨੀ ਦੇ ਉੱਪਰ ਜਿਹੜੀ ਮੂਵੀ ਬਣੀ ਹੋਈ ਆ ਉਹ ਆਹ ਬਾਜੀਰਾਓ 1 ਦੇ ਉੱਪਰ ਬਣੀ ਹੋਈ ਆ। ਇਹ ਕਿਹਨਾਂ ਦੇ ਟਾਈਮ ਸੀਗਾ ਜੀ? ਉਸ ਟਾਈਮ ਸ਼ਾਹੂ ਜੀ ਸੀ, ਛਤਰਪਤੀ ਸ਼ਾਹੂ ਜੀ ਮਹਾਰਾਜ। ਔਰ ਇਹਨਾਂ ਦੇ ਟਾਈਮ ਕੀ ਹੋਇਆ ਜੀ? ਮਰਾਠਾ ਐਮਪਾਇਰ ਨੂੰ 5 ਪਾਰਟ ਦੇ ਵਿੱਚ ਡਿਵਾਈਡ ਕਰਤਾ। ਹੁਣ ਦੇਖੋ ਧਿਆਨ ਨਾਲ ਸੁਣੋ, ਇੱਥੇ ਮਰਾਠਾਸ ਰੂਲ ਕਰਦੇ ਸੀਗੇ, ਠੀਕ ਹੈ। ਆ ਗਏ शिवाजी आ गए, शंभाजी आ गया, सारे आ गए। ਜਦੋਂ ਸ਼ਾਹੂ ਜੀ ਆਏ, ਸ਼ਾਹੂ ਜੀ ਦੇ ਟਾਈਮ ਕੀ ਹੋਇਆ? ਪਹਿਲਾਂ ਬਾਲਾਜੀ ਵਿਸ਼ਵਨਾਥ, ਇਹਨਾਂ ਦੀ ਡੈਥ ਹੋ ਗਈ। ਇਹਨਾਂ ਦੀ ਡੈਥ ਤੋਂ ਬਾਅਦ ਬਾਜੀਰਾਓ 1, ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਨੈਕਸਟ ਪੇਸ਼ਵਾ ਬਣਿਆ। ਪੇਸ਼ਵਾ ਮਤਲਬ ਕੀ ਹੁੰਦਾ? ਇੱਕ ਤਰੀਕੇ ਦਾ
PM ਟਾਈਪ ਕਹਿ ਲਓ। ਮਤਲਬ ਅਸ਼ਟਪ੍ਰਧਾਨ ਦੇ ਵਿੱਚ ਹੁੰਦਾ। ਅਸ਼ਟਪ੍ਰਧਾਨ ਕੀ ਹੁੰਦਾ ਜੀ? ਅਸ਼ਟਪ੍ਰਧਾਨ ਹੁੰਦਾ ਰਾਜੇ ਦੇ 8 ਖਾਸ ਮੰਤਰੀ, ਉਹਨੂੰ ਬੋਲਿਆ ਜਾਂਦਾ ਅਸ਼ਟਪ੍ਰਧਾਨ। ਠੀਕ ਹੈ, ਤਾਂ ਬਾਜੀਰਾਓ 1 ਦੇ ਟਾਈਮ ਮਰਾਠਾ ਐਮਪਾਇਰ ਨੂੰ 5 ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ। ਪੁੱਛਦਾ ਹੈ ਕਿ ਕਿਹਦੇ ਟਾਈਮ ਮਰਾਠਾ ਐਮਪਾਇਰ ਨੂੰ 5 ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ? ਤਾਂ ਬਾਜੀਰਾਓ 1 ਦੇ ਟਾਈਮ 'ਚ, ਜਿਹਦੇ ਵਿੱਚ ਰਣਵੀਰ ਸਿੰਘ ਨੇ ਰੋਲ ਕੀਤਾ ਸੀਗਾ, ਉਹ ਇਹੀ ਬਾਜੀਰਾਓ 1 ਹੈ। ਹੁਣ ਦੇਖੋ ਕਿਹੜੇ ਦੇਖੋ, ਪੂਨੇ ਦੇ ਵਿੱਚ ਤਾਂ ਪੇਸ਼ਵਾ ਰੂਲ ਕਰਦੇ ਸੀ, ਕਿਉਂਕਿ ਜੋ ਤੁਸੀਂ ਦੇਖਿਆ ਹੋਊਗਾ ਕਹਿੰਦਾ ਹੁੰਦਾ ਐਟ ਦਾ ਐਂਡ ਕਿ ਹੁਣ ਪੂਨੇ ਤੇ ਅਟੈਕ ਕਰਨਾ ਪਏਗਾ, ਰਾਈਟ? ਕਿਉਂਕਿ ਜਿਹੜੇ ਪੇਸ਼ਵਾ ਸੀਗੇ ਉਹ ਕਿੱਥੇ ਰਹਿੰਦੇ ਸੀਗੇ? ਪੂਨੇ ਦੇ ਵਿੱਚ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ। ਅੱਛਾ, ਨਾਗਪੁਰ ਦੇ ਵਿੱਚ ਕੌਣ ਰਹਿੰਦੇ ਸੀਗੇ ਜੀ? ਭੋਂਸਲੇ ਸੀਗੇ, ਉਹਨਾਂ ਨੂੰ ਨਾਗਪੁਰ ਵਾਲਾ ਏਰੀਆ ਦਿੱਤਾ। ਇੰਦੌਰ ਦੇ ਵਿੱਚ ਕੌਣ ਰਹਿੰਦੇ ਸੀਗੇ? ਹੋਲਕਰ। ਸਮਝ ਆ ਗਈ? ਹੋਲਕਰ। ਗਵਾਲੀਅਰ ਚ ਕੌਣ ਸੀਗੇ ਜੀ? ਸਿੰਧੀਆ। ਤੇ ਬਰੋਡਾ ਦੇ ਵਿੱਚ ਕੌਣ ਸੀਗੇ ਜੀ? ਗਾਇਕਵਾੜਸ। ਇਹ 5 ਪਾਰਟਸ ਦੇ ਵਿੱਚ ਮਰਾਠਾਸ ਦੀਆਂ, ਦੇਖੋ 5 ਕੀ ਨੇ? ਮਰਾਠਾ ਦੀਆਂ ਕਮਿਊਨਿਟੀਜ਼ ਨੇ, ਹੈਗੇ ਪੇਸ਼ਵਾ ਵੀ ਮਰਾਠਾ ਹੀ ਨੇ, ਐਦਾਂ ਹੀ ਭੋਂਸਲੇ ਹੋ ਗਏ, ਹੋਲਕਰ ਹੋ ਗਏ, ਸਿੰਧੀਆ ਹੋ ਗਏ, ਗਾਇਕਵਾੜ ਹੋ ਗਏ, ਮਰਾਠਾ ਹੀ ਸੀ ਨੇ। ਪਰ ਇਹਨਾਂ ਨੂੰ ਏਰੀਆ ਅਲੱਗ-ਅਲੱਗ ਦੇਤਾ ਸੀਗਾ। ਕਿਹਦੇ ਟਾਈਮ? ਬਾਜੀਰਾਓ 1 ਦੇ ਟਾਈਮ ਕਹਿ ਲਓ ਜਾਂ ਫਿਰ ਸ਼ਾਹੂ ਜੀ ਦੇ ਟਾਈਮ ਕਹਿ ਲਓ। ਠੀਕ ਹੈ, ਦੋਨੋਂ ਹੀ ਕੁਐਸਚਨ ਕਿਵੇਂ ਕਹਿ ਸਕਦਾ ਕਿ ਇਹ ਜਿਹੜੇ 5 ਪਾਰਟ ਚ ਡਿਵਾਈਡ ਕੀਤਾ ਹੈ ਬਾਜੀਰਾਓ 1 ਦੇ ਟਾਈਮ ਕੀਤਾ ਜਾਂ ਸ਼ਾਹੂ ਜੀ ਦੇ ਟਾਈਮ ਕੀਤਾ? ਤਾਂ ਆਬਵੀਅਸਲੀ ਸ਼ਾਹੂ ਜੀ ਵੀ ਸਹੀ ਹੈ। ਸ਼ਾਹੂ ਜੀ ਦੇ ਟਾਈਮ ਬਾਜੀਰਾਓ 1 ਹੋਇਆ, ਦੋਨੋਂ ਕੰਟੈਂਪਰੇਰੀ ਨੇ, ਤਾਂ ਦੋਨਾਂ ਦਾ ਆਨਸਰ ਕੀ ਹੋਏਗਾ? ਸੇਮ ਹੋਏਗਾ। ਸਮਝ ਆ ਗਈ ਇੱਥੋਂ ਤੱਕ? मैम एक क्वेश्चन है मैम, ये जेड़ा बड़ौदा एम्पायर है गायकवाड़ दा, बड़ौदा वाज पार्ट ऑफ गुजरात, राइट? अगर हाँ। प्रेजेंट डे गल करिए हाँ, आज उस टाइम मराठा उस टाइम मराठा ਦਾ ਐਮਪਾਇਰ ਸੀ। ठीक ਠੀਕ ਹੈ, ਕਲੀਅਰ ਹੈ? ਆ ਤੁਹਾਨੂੰ ਪੰਜੋ ਯਾਦ ਹੋਣੇ ਚਾਹੀਦੇ ਨੇ। ਅੱਛਾ, ਪੇਸ਼ਵਾ ਕਿੱਥੇ ਰੂਲ ਕਰਦੇ ਸੀਗੇ? ਪੁਣੇ। ਕਲੀਅਰ ਹੈ? ਅੱਛਾ, ਹੋਲਕਰ ਕਿੱਥੇ ਰੂਲ ਕਰਦੇ ਸੀਗੇ? ਇੰਦੌਰ ਦੇ ਵਿੱਚ। ਤਾਂ ਇਹ 5 ਦੇ 5 ਕੀ ਹੋਣੇ ਚਾਹੀਦੇ ਨੇ? ਯਾਦ ਹੋਣੇ ਚਾਹੀਦੇ ਨੇ। ਪਹਿਲਾਂ ਆਪਾਂ ਅੱਗੇ ਚੱਲਦੇ ਹਾਂ, ਆਪਾਂ ਫੇਰ ਦੇਖਦੇ ਹਾਂ ਇਹਨਾਂ ਨੂੰ। ਹੁਣ ਆਪਾਂ ਥੋੜਾ ਜਿਹਾ ਛਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਥੋੜਾ ਪੜ੍ਹ ਲੈਂਦੇ ਹਾਂ। ਦੇਖੋ, ਜਿਹੜੇ ਛਤਰਪਤੀ ਸ਼ਿਵਾਜੀ ਮਹਾਰਾਜ ਸੀਗੇ, ਇਹਨਾਂ ਦਾ ਜਨਮ ਹੋਇਆ ਜੀ 1630 ਤੋਂ ਲੈ ਕੇ 1680 ਤੱਕ। ਇਹਨਾਂ ਦਾ ਟੋਟਲ ਟੈਨਿਓਰ ਹੈ 50 ਸਾਲ ਤੱਕ। ਇਹਨਾਂ ਨੇ ਕੀ ਕੀਤਾ ਜੀ? ਉਹ ਕੀਤਾ। ਇਹਨਾਂ ਦੇ ਫਾਦਰ ਦਾ ਨਾਮ ਸੀਗਾ ਸ਼ਾਹਜੀ ਭੋਸਲੇ, ਮਦਰ ਦਾ ਨਾਮ ਕੀ ਸੀਗਾ? ਜੀਜਾਬਾਈ। ਤੇ ਇਹਨਾਂ ਦੇ ਪੋਲੀਟੀਕਲ ਜਿਹੜੇ ਗੁਰੂ ਸੇ ਪੁੱਛਦਾ ਹੈ ਜੀ ਦਾਦਾ ਜੀ ਕੌਨਦੇਵ। ਇਹਨਾਂ ਦੇ ਦੇਖੋ, ਇੱਕ ਪੋਲੀਟੀਕਲ ਗੁਰੂ ਹੁੰਦਾ, ਇੱਕ ਸਪਿਰਚੁਅਲ ਗੁਰੂ ਹੁੰਦਾ। ਪੋਲੀਟੀਕਲ ਗੁਰੂ ਜਿਹੜਾ ਕਿ ਰਾਜਨੀਤੀ ਸਿਖਾਉਂਦਾ, ਜਿਵੇਂ ਚਾਣਕਿਆ। ਠੀਕ ਹੈ, ਚਾਣਕਿਆ ਦਾ ਨਾਮ ਸੁਣਿਆ ਹੋਵੇਗਾ ਨਾ? ਠੀਕ ਹੈ, ਤਾਂ ਚਾਣਕਿਆ ਇੱਕ ਤਰੀਕੇ ਦੇ ਨਾਲ ਕੀ ਸੀਗੇ ਜੀ? ਮਤਲਬ ਪੋਲੀਟੀਕਲ ਗੁਰੂ ਸੀਗੇ। ਤਾਂ ਇਹਨਾਂ ਦੇ ਜਿਹੜੇ ਪੋਲੀਟੀਕਲ ਗੁਰੂ ਸੀਗੇ ਉਹ ਕੀ ਸੀਗੇ ਜੀ? ਦਾਦਾ ਜੀ ਕੌਨਦੇਵ ਸੀਗੇ। ਔਰ ਇਹ ਆਪਣੀ ਮਦਰ ਜੀਜਾਬਾਈ ਔਰ ਦਾਦਾ ਜੀ ਕੌਨਦੇਵ ਤੋਂ ਕਾਫੀ ਜ਼ਿਆਦਾ ਕੀ ਸੀਗੇ? ਇੰਸਪਾਇਰ ਸੀਗੇ। ਇਹ ਵੀ ਕੁਐਸਚਨ ਪੁੱਛਦਾ ਕਿ ਇਹਨਾਂ ਦੇ ਪੋਲੀਟੀਕਲ ਗੁਰੂ ਕਿਹੜੇ ਸੀਗੇ? ਤਾਂ ਦਾਦਾ ਜੀ ਕੌਨਦੇਵ ਸੀਗੇ। ਇਹ ਵੀ ਤੁਸੀਂ ਯਾਦ ਰੱਖਣਾ। ਅੱਛਾ, ਉਸ ਤੋਂ ਬਾਅਦ ਕੀ ਹੋਇਆ? ਸਮਰਥ ਰਾਮਦਾਸ। ਹਾਂ, ਇਹ ਕੁਐਸਚਨ ਬਹੁਤ ਪੁੱਛਦਾ ਹੈ ਜੀ ਕਿ ਸ਼ਿਵਾਜੀ ਦੇ ਜਿਹੜੇ ਸਪਿਰਚੁਅਲ ਗੁਰੂ ਸੀਗੇ। ਦੇਖੋ, ਜਿਆਦਾ ਸਿੰਪਲ ਗੁਰੂ ਪੁੱਛੂਗਾ, ਗੁਰੂ ਇੱਕ ਪੋਲੀਟੀਕਲ ਆਪਾਂ ਨੇ ਪੜ੍ਹ ਲਿਆ, ਦੋਨਾਂ ਦੇ ਵਿੱਚੋਂ ਫਿਰ ਜਿੱਦਾਂ ਸਿੰਪਲ ਪੁੱਛਿਆ ਵੀ ਗੁਰੂ ਕਿਹੜੇ ਆ ਸ਼ਿਵਾਜੀ ਮਹਾਰਾਜ ਦੇ, ਗੁਰੂ ਕਿਹੜੇ ਹੋਏ ਨੇ, ਫਿਰ ਤਾਂ ਜਾਂ ਤਾਂ ਆ ਆਪਸ਼ਨ 'ਚ ਹੋਏਗਾ ਜਾਂ ਆ ਆਪਸ਼ਨ ਦੇ ਵਿੱਚ ਹੋਏਗਾ। ਬੇਸਿਕਲੀ ਆ ਕੁਐਸਚਨ ਪੁੱਛਦਾ ਹੈ ਜੀ। ਦੇਖੋ, ਸਪਿਰਚੁਅਲ ਗੁਰੂ ਮਤਲਬ ਜਿਹੜਾ ਉਹਨਾਂ ਨੂੰ ਰੱਬ ਦੇ ਨਾਲ ਜੋੜਦੇ ਨੇ, ਉਹਨਾਂ ਨੂੰ ਆਪਾਂ ਸਪਿਰਚੁਅਲ ਗੁਰੂ ਬੋਲ ਦਿੰਦੇ ਆ। ਤਾਂ ਉਹ ਕਿਹੜੇ ਸੀਗੇ? ਉੱਥੇ ਆਪਸ਼ਨ 'ਚ ਹੋਏਗਾ ਰਾਮਦਾਸ। ਸਮਰਥ ਰਾਮਦਾਸ ਨਹੀਂ ਲਿਖਿਆ ਹੈਗਾ, ਸਿਰਫ ਰਾਮਦਾਸ। ਤੇ ਤੁਸੀਂ ਗਲਤ ਮਾਰੋਗੇ ਕਿ ਰਾਮਦਾਸ ਤਾਂ ਉਸ ਟਾਈਮ ਹੈ ਹੀ ਨਹੀਂ ਸੀ, ਪਰ ਇਹ ਉਹ ਰਾਮਦਾਸ ਨਹੀਂ ਹੈਗੇ, 4th ਗੁਰੂ ਰਾਮਦਾਸ ਨਹੀਂ ਹੈਗੇ ਇਹ। ਮਤਲਬ ਜਿਹੜੇ ਆਪਾਂ ਸਿੱਖਾਂ ਦੇ ਵਿੱਚ ਚੌਥੇ ਗੁਰੂ ਰਾਮਦਾਸ ਪੜ੍ਹਦੇ ਆ, ਇਹ ਉਹ ਗੁਰੂ ਨਹੀਂ ਹੈਗੇ। ਠੀਕ ਹੈ, ਸਮਝ ਆ ਗਈ? ਕਲੀਅਰ ਹੈ? ਤਾਂ ਸਪਿਰਚੁਅਲ ਗੁਰੂ ਕਿਹੜੇ ਸੀਗੇ ਜੀ ਉਹਨਾਂ ਦੇ? ਰਾਮਦਾਸ। ਪੋਲੀਟੀਕਲ ਗੁਰੂ ਕਿਹੜੇ ਸੀਗੇ? ਕੌਨਦੇਵ। ਦਾਦਾ ਜੀ ਕੌਨਦੇਵ। ਠੀਕ ਹੈ, ਕਲੀਅਰ ਹੈ? ਚਲੋ ਹੁਣ ਪਹਿਲਾਂ ਥੋੜਾ ਸੁਣਾ ਹੀ ਦਿਓ ਤੁਸੀਂ। ਅੱਛਾ, ਸਭ ਤੋਂ ਪਹਿਲੇ ਜਿਹੜੇ ਛਤਰਪਤੀ ਆਏ ਸੀਗੇ ਉਹ ਕਿਹੜੇ ਸੀਗੇ? ਛਤਰਪਤੀ ਸ਼ਿਵਾਜੀ ਮਹਾਰਾਜ। ਅੱਛਾ, ਜਿਹੜੇ ਸਭ ਤੋਂ ਆਪਾਂ ਲਾਸਟ 'ਚ ਪੜ੍ਹੇ ਸੀਗੇ ਉਹ ਕਿਹੜੇ? ਸ਼ਾਹੂ ਜੀ ਦੇ ਟਾਈਮ ਕਿਹੜਾ ਟਾਈਟਲ ਨਿਕਲ ਕੇ ਆਇਆ? ਪੇਸ਼ਵਾ। ਪਹਿਲੇ ਪੇਸ਼ਵਾ ਕਿਹੜੇ ਹੋਏ? ਬਾਲਾ ਜੀ ਵਿਸ਼ਵਨਾਥ। ਦੂਸਰੇ ਪੇਸ਼ਵਾ ਕਿਹੜੇ ਹੋਏ? ਬਾਜੀਰਾਓ 2। ਅੱਛਾ, ਪੂਰਾ ਜਿਹੜਾ ਮਰਾਠਾ ਐਮਪਾਇਰ ਸੀ ਉਹ 5 ਪਾਰਟ ਦੇ ਵਿੱਚ ਡਿਵਾਈਡ ਹੋ ਗਿਆ। ਕਿਹਦੇ ਟਾਈਮ? ਬਾਜੀਰਾਓ 1। ਉਹ ਵੀ ਸਹੀ ਹੈ। ਜੇ ਕਹੇ ਸ਼ਾਹੂ ਜੀ ਦੇ ਟਾਈਮ, ਉਹ ਵੀ ਸਹੀ। ਆਬਵੀਅਸਲੀ ਦੋਨੋਂ ਕੀ ਸੀਗੇ? ਕੰਟੈਂਪਰੇਰੀ। ਅੱਛਾ, ਬਾਜੀਰਾਓ 1 ਦੇ ਫਾਦਰ ਕੌਣ ਸੀਗੇ? ਬਾਲਾਜੀ ਵਿਸ਼ਵਨਾਥ। ਆਪਾਂ ਨੇ ਪੜ੍ਹੇ ਨਾ, ਪਹਿਲੇ ਪੇਸ਼ਵਾ ਕਿਹੜੇ ਸੀਗੇ? ਬਾਲਾਜੀ ਵਿਸ਼ਵਨਾਥ। ਇਹਨਾਂ ਦੇ ਅੱਗੇ ਬੇਟੇ ਸੀਗੇ ਬਾਜੀਰਾਓ 1। ਮਤਲਬ ਬਾਜੀਰਾਓ 1 ਇਹ ਕੀ ਸੀਗੇ ਜੀ? ਇਹ ਇਹਨਾਂ ਦੇ ਫਾਦਰ ਸੀ, ਸੌਰੀ, ਬਾਲਾਜੀ ਵਿਸ਼ਵਨਾਥ। ਸਮਝ ਆ ਗਈ ਇੱਥੋਂ ਤੱਕ? ਅੱਛਾ, ਹੁਣ ਤੁਸੀਂ ਇਹ ਬੋਲੋ ਕਿ 5 ਜਿਹੜੇ ਪਾਰਟ ਦੇ ਵਿੱਚ ਇੰਪਾਇਰ ਡਿਵਾਈਡ ਹੋਇਆ ਸੀਗਾ ਬਾਜੀਰਾਓ 1 ਦੇ ਟਾਈਮ, ਕਿਹੜੇ ਕਿਹੜੇ ਸੀ? ਪੇਸ਼ਵਾ ਕਿੱਥੇ ਰੂਲ ਕਰਦੇ ਸੀਗੇ? ਪੇਸ਼ਵਾ ਕਿੱਥੇ ਸੀਗੇ? ਪੁਣੇ। ਹੋਲਕਰ ਕਿੱਥੇ ਸੀਗੇ? ਇੰਦੌਰ। ਭੋਂਸਲੇ ਕਿੱਥੇ ਸੀਗੇ? ਨਾਗਪੁਰ। ਸਿੰਧੀਆ ਗਵਾਲੀਅਰ। ਗਾਇਕਵਾੜ ਬਰੋਦਾ। ਸਮਝ ਆ ਗਈ? ਇਹ 5 ਪਾਰਟ ਦੇ ਵਿੱਚ ਕੀ ਹੋਏ ਸੀਗੇ ਜੀ? ਡਿਵਾਈਡ ਸੀ। ਇੱਕ ਵਾਰ ਦੁਬਾਰਾ ਫੇਰ ਬੋਲੋ, ਆਨਲਾਈਨ
पेशवा देखो पी तो पेशवा पी तो पुणे ਐਵੇਂ याद रखो ना पी तो पेशवा ਆਪਾਂ ट्रिक बना लेना पी तो पेशवा पी तो पुणे ਤਾਂ ਤੁਸੀਂ ਨਹੀਂ ਭੁੱਲੋਗੇ ਅੱਛਾ ਉਸ ਤੋਂ ਬਾਅਦ ਗਵਾਲੀਅਰ ਚ ਵੈਸੀ ਸਿੰਧੀ ਲੋਕ ਰਾਈਟ ਗਵਾਲੀਅਰ ਦੇ ਵਿੱਚ ਜ਼ਿਆਦਾ ਸਿੰਧੀ ਲੋਕ ਰਹਿੰਦੇ ਆ ਠੀਕ ਹੈ ਅੱਛਾ ਉਸ ਤੋਂ ਬਾਅਦ ਇੰਦੌਰ HVO ਆ ਤਾਂ ਹੋਲਕਰ ਇੰਦੌਰ ਹੋਲਕਰ ਨਾਮ ਸੇਮ ਜਿਹਾ ਹੀ ਲੱਗਦਾ ਬਰੋਦਾ ਦੇ ਵਿੱਚ ਰਾਇਕਵਾੜੀ ਆ ਇਹ ਐਕਸੈਪਸ਼ਨ ਰੱਖ ਲਓ ਨਾਗਪੁਰ ਭੋਂਸਲੇ नागपुर किमें बनाओ कोई ट्रिक है दी नागपुर अच्छा चलो की कह रहे अभी इन्होंने एक नवी इन्वेंशन करती कि जेड़ा सप है वो भोंसले से रहता है एवं जे करके याद रखो ठीक है नागपुर किथे हो गए भोंसले पेशवा किथे हो गए पुणे होलकर किथे सीगे इंदौर ठीक है सिंधिया किथे सीगे ग्वालियर अच्छा लास्ट किहड़े रह गए गायकवाड़ किथे सीगे बड़ौदा ਤਾਂ ਪੰਜ ਪਾਰਟ ਦੇ ਵਿੱਚ ਮਰਾਠਾ ਐਮਪਾਇਰ ਕੀ ਸੀਗਾ ਡਿਵਾਈਡ ਹੋਇਆ ਸੀਗਾ ਕਿਹਦੇ ਟਾਈਮ ਬਾਜੀਰਾਓ ਵਨ ਦੇ ਟਾਈਮ ਜਾਂ ਫਿਰ ਸ਼ਾਹੂ ਜੀ ਦੇ ਟਾਈਮ ਠੀਕ ਹੈ क्लियर है समझ आ गया अच्छा ਹੁਣ ਇਹ ਦੱਸੋ ਕਿ ਜਿਹੜੇ ਆਪਣੇ ਸ਼ਿਵਾਜੀ ਮਹਾਰਾਜ ਸੀ ਛਤਰਪਤੀ ਸ਼ਿਵਾਜੀ ਮਹਾਰਾਜ ਸੀਗੇ ਉਹਨਾਂ ਦੇ ਸਪਿਰਚੁਅਲ ਗੁਰੂ ਦਾ ਨਾਮ ਕੀ ਸੀਗਾ ਰਾਮਦਾਸ ਤੇ ਆਪਸ਼ਨ ਚ ਰਾਮਦਾਸ ਹੀ ਆਏਗਾ ਸਮਰਥ ਰਾਮਦਾਸ ਨਹੀਂ ਆਏਗਾ ਤਾਂ ਰਾਮਦਾਸ ਤਾਂ ਇਹ ਕਨਫਿਊਜ਼ਨ ਨਹੀਂ ਹੋਣੀ ਇਹ ਉਹ ਰਾਮਦਾਸ ਨਹੀਂ ਹੈਗੇ ਮਤਲਬ ਫੋਰਥ ਗੁਰੂ ਰਾਮਦਾਸ ਨਹੀਂ ਹੈਗੇ ਅੱਛਾ ਜਿਹੜੇ ਇਹਨਾਂ ਦੇ ਪੋਲੀਟੀਕਲ ਗੁਰੂ ਸੀਗੇ ਦਾਦਾ ਜੀ ਕੌਂਦੇਵ ਅੱਛਾ ਇਹਨਾਂ ਦੀ ਮਦਰ ਦਾ ਨਾਮ ਕੀ ਸੀਗਾ ਜੀਜਾਬਾਈ ਕੀ ਸੀਗਾ ਜੀ ਇਹਨਾਂ ਦੀ ਮਦਰ ਦਾ ਨਾਮ ਸੀ ਕਿਹਨਾਂ ਦੀ ਮਦਰ ਦਾ ਨਾਮ ਸੀ छत्रपति शिवाजी ठीक है क्लियर है समझ आ गई तो चलो ਹੁਣ ਆਪਾਂ ਚੱਲਦੇ ਹਾਂ ਅੱਗੇ ਦੇਖੋ ਕੀ ਹੋਇਆ ਇੱਕ ਬੀਜਾਪੁਰ ਦੇ ਕੀ ਸੀਗੇ ਰੂਲਰ ਸੀਗੇ ਬੀਜਾਪੁਰ ਦੇ ਰਾਜੇ ਸੀਗੇ ਆ ਇੰਡੀਆ ਇੱਥੇ ਕੀ ਸੀਗੇ ਜੀ ਮਰਾਠਾ ਰੂਲ ਕਰਦੇ ਸੀਗੇ ਕਰਨਾਟਕਾ ਵਾਲਾ ਏਰੀਆ ਸੀਗਾ ਜੀ ਬੀਜਾਪੁਰ ਆ ਵਾਲਾ ਏਰੀਆ ਮਤਲਬ ਮਰਾਠਿਆਂ ਦੀ ਬੀਜਾਪੁਰ ਦੇ ਨਾਲ ਕੀ ਹੋਈ ਕਾਫੀ ਵਾਰ ਟਸਲ ਚੱਲਦੀ ਰਹਿੰਦੀ ਸੀਗੀ ਤਾਂ ਮਰਾਠਾ ਕਾਫੀ ਜ਼ਿਆਦਾ ਪਾਵਰਫੁਲ ਸੀਗੇ ਤਾਂ ਮਰਾਠਾ ਨੇ ਬੀਜਾਪੁਰ ਦੇ ਨਾਲ ਕਾਫੀ ਲੜਾਈਆਂ ਕੀਤੀਆਂ ਔਰ ਇਹਨਾਂ ਦੇ ਕਾਫੀ ਸਾਰੇ ਕਿਲੇ ਸੀਗੇ ਨਾ ਜਿਹੜੇ ਜਿੱਤੇ ਹੋਏ ਸੀਗੇ ਮਤਲਬ ਕਾਫੀ ਸਾਰੇ ਕਿਲੇ ਸੀਗੇ ਇਹਨਾਂ ਦਾ ਕਬਜ਼ਾ ਕੀਤਾ ਹੋਇਆ ਸੀਗਾ ਮਰਾਠਾਸ ਨੇ ਮਤਲਬ ਜੇ ਕੋਈ ਹੁਣ ਦੇਖੋ ਨਾ ਕੋਈ ਵੀ ਰਾਜਾ ਹੈ ਆਪਣੇ ਨੇਬਰ ਦੇ ਵਿੱਚ ਜਾਂ ਤਾਂ ਉਹਦੀ ਵਧੀਆ ਬਣਦੀ ਹੋਊਗੀ ਜੇ ਉਹਦੀ ਵਧੀਆ ਨਹੀਂ ਬਣੂਗੀ ਤਾਂ ਲੜਾਈਆਂ ਹੋਣਗੀਆਂ ਇੱਕ ਦੂਸਰੇ ਦਾ ਏਰੀਆ ਜਿਹੜਾ ਐਕਵਾਇਰ ਕਰਨਗੇ ਸਿਮਿਲਰ ਕੀ ਸੀਗਾ ਕਿ ਜਿਹੜੇ ਮਰਾਠਾ ਸੀ ਉਹਨਾਂ ਦੇ ਬੀਜਾਪੁਰ ਦੇ ਨਾਲ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਔਰ ਮਰਾਠਾਸ ਨੇ ਬੀਜਾਪੁਰ ਦੇ ਕਾਫੀ ਸਾਰੇ ਕਿਲੇ ਸੀਗੇ ਉਹ ਐਕਵਾਇਰ ਕਰਕੇ ਰੱਖੇ ਹੋਏ ਸੀਗੇ ਠੀਕ ਹੈ ਮਤਲਬ ਕਬਜ਼ਾ ਕੀਤਾ ਹੋਇਆ ਸੀਗਾ ਹੁਣ ਕੀ ਹੋਇਆ ਜੀ ਇਹਨਾਂ ਨੇ ਫਿਰ ਔਰੰਗਜ਼ੇਬ ਵੀ ਉਸ ਟਾਈਮ ਇਹਨਾਂ ਦੇ ਕੰਟੈਂਪਰੇਰੀ ਉੱਪਰ ਦਿੱਲੀ ਤੇ ਕੌਣ ਰੂਲ ਕਰ ਰਿਹਾ ਸੀਗਾ ਔਰੰਗਜ਼ੇਬ ਨੂੰ ਵੀ ਪਤਾ ਸੀਗਾ ਕਿ ਮਰਾਠਿਆਂ ਦੀ ਪਾਵਰ ਡੇ ਟੂ ਡੇ ਕੀ ਹੋਈ ਜਾ ਰਹੀ ਆ ਵੱਧਦੀ ਜਾ ਰਹੀ ਆ ਤਾਂ ਔਰੰਗਜ਼ੇਬ ਨੇ ਬਹੁਤ ਵਾਰ ਟਰਾਈ ਕੀਤਾ ਇੱਕ ਵਾਰ ਉਹਨਾਂ ਨੇ ਸ਼ਾਇਸਤਾ ਖਾਨ ਨੂੰ ਭੇਜਿਆ ਔਰੰਗਜ਼ੇਬ ਨੇ ਕਿਨੂੰ ਮਰਾਠਾ ਦੇ ਨਾਲ ਯੁੱਧ ਕਰਨ ਲਈ ਠੀਕ ਹੈ ਸ਼ਿਵਾਜੀ ਦੇ ਟਾਈਮ ਪਰ ਕੀ ਹੋਇਆ ਜੀ ਹਰਾਤਾ ਕਿਉਂਕਿ ਮਰਾਠਾ ਕਾਫੀ ਜ਼ਿਆਦਾ ਕੀ ਹੋ ਗਏ ਸੀ ਪਾਵਰਫੁਲ ਹੋ ਗਏ ਸੀਗੇ ਜਿਹੜੇ ਰਾਜਪੂਤ ਸੀਗੇ ਨਾ ਰਾਜਪੂਤ ਉਸ ਟਾਈਮ ਦੇ ਵਿੱਚ ਮਰਾਠਾ ਦੇ ਕੀ ਸੀਗੇ ਇਕਵੀਵੈਲੈਂਟ ਸੀਗੇ ਬਹੁਤ ਜ਼ਿਆਦਾ ਪਾਵਰਫੁਲ ਸੀਗੇ ਫਿਰ ਔਰੰਗਜ਼ੇਬ ਨੇ ਦਿਮਾਗ ਲਗਾਇਆ ਇੱਕ ਰਾਜਪੂਤ ਰੂਲਰ ਨੂੰ ਭੇਜਿਆ ਸੀਗਾ ਹਾਂ ਇਹਦੇ ਵਿੱਚ ਪਹਿਲਾਂ ਆਪਾਂ ਇਹਨੂੰ ਬਾਅਦ ਡਿਸਕਸ ਕਰਦੇ ਹਾਂ ਆਪਾਂ ਇਹ ਡਿਸਕਸ ਕਰਦੇ ਹਾਂ ਜੀ ਉਸ ਟਾਈਮ ਦੇ ਵਿੱਚ ਜਿਹੜਾ ਸੂਰਤ ਸੀਗਾ ਗੁਜਰਾਤ ਦਾ ਜਿਹੜੀ ਸਿਟੀ ਹੈ ਸੂਰਤ ਉਹ ਕਾਫੀ ਜ਼ਿਆਦਾ ਕੀ ਸੀਗੀ ਇਹ ਕਹਿ ਲਓ ਕਿ ਵੈਲਿਊਏਬਲ ਸੀਗੀ ਉੱਥੇ ਕਾਫੀ ਸਾਰੀਆਂ ਚੀਜ਼ਾਂ ਸੀਗੀਆਂ ਸਿਟੀ ਆਫ ਪਰਲ ਬੋਲਿਆ ਜਾਂਦਾ ਆਈ ਥਿੰਕ ਉਹਨੂੰ ਠੀਕ ਹੈ ਜੀ ਤਾਂ ਦੇਖੋ 1664 ਦੇ ਵਿੱਚ ਸ਼ਿਵਾਜੀ ਨੇ ਸੂਰਤ ਨੂੰ ਲੁੱਟ ਲਿਆ ਫਿਰ ਉਹਨਾਂ ਨੇ 1670 ਦੇ ਵਿੱਚ ਸੂਰਤ ਨੂੰ ਲੁੱਟਿਆ ਦੋ ਵਾਰ ਜਦੋਂ ਉਹਨਾਂ ਨੇ ਸੂਰਤ ਨੂੰ ਲੁੱਟ ਲਿਆ ਤਾਂ ਔਰੰਗਜ਼ੇਬ ਨੂੰ ਕੀ ਹੋ ਗਈ ਜੀ ਪ੍ਰੋਬਲਮ ਹੋ ਗਈ ਠੀਕ ਹੈ ਤਾਂ ਫਿਰ ਹੁਣ ਕੀ ਹੋਇਆ ਔਰੰਗਜ਼ੇਬ ਨੇ ਕਿਹਨੂੰ ਭੇਜਿਆ ਜੀ ਔਰੰਗਜ਼ੇਬ ਨੇ ਭੇਜਿਆ ਜੀ ਦੇਖੋ 1664 ਦੇ ਵਿੱਚ ਇਹਨਾਂ ਨੇ ਸੂਰਤ ਨੂੰ ਲੁੱਟਿਆ 1665 ਦੇ ਵਿੱਚ ਔਰੰਗਜ਼ੇਬ ਨੇ ਕੀ ਕੀਤਾ ਜੀ ਜੈ ਸਿੰਘ ਨੂੰ ਭੇਜਿਆ ਜੈ ਸਿੰਘ ਇੱਕ ਰਾਜਪੂਤ ਰਾਜਾ ਸੀਗਾ ਇਹਨੇ ਕੀ ਕੀਤਾ ਜਦੋਂ ਸ਼ਿਵਾਜੀ ਦੇ ਨਾਲ ਲੜਾਈ ਕੀਤੀ ਇਹਦੇ ਵਿੱਚ ਕੀ ਹੋ ਗਿਆ ਜੈ ਸਿੰਘ ਜਿੱਤ ਗਿਆ ਔਰ ਇਹਨੂੰ ਟ੍ਰੀਟੀ ਆਫ ਪੁਰੰਦਰ ਸਾਈਨ ਕੀਤੀ ਗਈ ਜੀ ਕਿਹਦੇ ਨਾਲ ਸ਼ਿਵਾਜੀ ਮਹਾਰਾਜ ਦੇ ਨਾਲ ਫਿਰ ਇਹਦੇ ਬਦਲੇ ਦੇ ਵਿੱਚ ਬੀਜਾਪੁਰ ਦੇ ਕਾਫੀ ਸਾਰੇ ਕਿਲੇ ਸੀਗੇ ਜਿਹੜੇ ਉਹ ਵਾਪਸ ਕਰਨੇ ਪਏ ਸੀਗੇ ਕਿਉਂਕਿ ਔਰੰਗਜ਼ੇਬ ਨੀਚੋਂ ਕਿਹਨਾਂ ਦੇ ਨਾਲ ਮਿਲ ਗਿਆ ਸੀਗਾ ਜਾ ਕੇ ਬੀਜਾਪੁਰ ਦੇ ਰੂਲਰਸ ਦੇ ਨਾਲ ਮਿਲ ਗਿਆ ਸੀ ਸਮਝ ਆ ਗਈ ਗੱਲ ਦੁਬਾਰਾ ਫਿਰ ਆਪਾਂ ਦੇਖਦੇ ਹਾਂ ਆਪਾਂ ਕੀ ਗੱਲ ਕੀਤੀ ਸੀਗੀ ਕਿ ਜਿਹੜੀ ਸੂਰਤ ਸਿਟੀ ਸੀਗੀ ਇਹਨੇ ਕੀ ਕੀਤੀ ਸ਼ਿਵਾਜੀ ਮਹਾਰਾਜ ਨੇ ਦੋ ਵਾਰ ਸੂਰਤ ਨੂੰ ਲੁੱਟਿਆ ਇੱਕ 1664 ਦੇ ਵਿੱਚ ਇੱਕ 1670 ਦੇ ਵਿੱਚ ਜਦੋਂ 64 ਦੇ ਵਿੱਚ ਲੁੱਟ ਲਿਆ ਤਾਂ ਔਰੰਗਜ਼ੇਬ ਦਿੱਲੀ ਦੇ ਸਿੰਘਾਸਨ ਤੇ ਬੈਠਾ ਸੀ ਤਾਂ ਉਹਨੂੰ ਪ੍ਰੋਬਲਮ ਹੋ ਗਈ ਤਾਂ ਕਿਉਂਕਿ ਉਹਨੂੰ ਦੇਖ ਲਿਆ ਵੀ ਮੈਂ ਕਾਫੀ ਬੰਦੇ ਭੇਜ ਕੇ ਦੇਖ ਲਏ ਤਾਂ ਮੇਰੇ ਬਸ ਦੀ ਗੱਲ ਨਹੀਂ ਹੈਗੀ ਤਾਂ ਉਹਨੇ ਇੱਕ ਰਾਜਪੂਤ ਰੂਲਰ ਨੂੰ ਚੁਣਿਆ ਜਿਹਦਾ ਨਾਮ ਸੀਗਾ ਜੈ ਸਿੰਘ ਰਾਜਾ ਜੈ ਸਿੰਘ ਔਰ ਮਰਾਠਾ ਸ਼ਿਵਾਜੀ ਦੇ ਵਿੱਚ ਯੁੱਧ ਹੋਇਆ ਜਿਹਦੇ ਵਿੱਚ 1665 ਦੇ ਵਿੱਚ ਸ਼ਿਵਾਜੀ ਹਾਰ ਗਏ ਔਰ ਟ੍ਰੀਟੀ ਆਫ ਪੁਰੰਦਰ ਹੈ ਜਿਹੜੀ ਸਾਈਨ ਹੋਈ ਜਿਹਦੇ ਵਿੱਚ ਬੀਜਾਪੁਰ ਦੇ ਕਾਫੀ ਸਾਰੇ ਕਿਲੇ ਜਿਹੜੇ ਸ਼ਿਵਾਜੀ ਨੇ ਐਕਵਾਇਰ ਕੀਤੇ ਸੀਗੇ ਉਹ ਕੀ ਕਰਨੇ ਪਏ ਸ਼ਿਵਾਜੀ ਨੂੰ ਵਾਪਸ ਕਰਨੇ ਪਏ ਸਮਝ ਆ ਗਈ ਟ੍ਰੀਟੀ ਆਫ ਪੁਰੰਦਰ ਪੁੱਛਦਾ ਹੈ ਠੀਕ ਹੈ ਟ੍ਰੀਟੀ ਆਫ ਪੁਰੰਦਰ ਪੁੱਛਦਾ ਹੈ ਕਿ ਕਿਹੜੇ ਸਾਲ ਹੋਈ 1665 ਉਧਰਲੀ ਸਾਈਡ ਤੋਂ ਕੌਣ ਲੜ ਰਿਹਾ ਸੀਗਾ ਰਾਜਾ ਜੈ ਸਿੰਘ ਦੂਸਰੀ ਸਾਈਡ ਤੋਂ ਕੌਣ ਸੀਗੇ ਸ਼ਿਵਾਜੀ
ਠੀਕ ਹੈ। ਟ੍ਰੀਟੀ ਆਫ ਪੁਰੰਦਰ ਕਿਹੜੇ ਸਾਲ ਦੇ ਵਿੱਚ ਹੋਈ ਹੈ? ਅੱਛਾ, ਕਿਹੜੇ 2 ਸਾਲਾਂ ਦੇ ਵਿੱਚ ਉਹਨਾਂ ਨੇ ਗੁਜਰਾਤ ਸੂਰਤ ਨੂੰ ਲੁੱਟਿਆ? 64 ਦੇ ਵਿੱਚ ਔਰ 70 ਦੇ ਵਿੱਚ। ਸਮਝ ਆ ਗਈ? ਹੁਣ ਕਹਾਣੀ ਥੋੜੀ ਥੋੜੀ ਸਮਝ ਆ ਰਹੀ ਹੋਗੀ। ਚਲੋ ਹੁਣ ਆਪਾਂ ਅੱਗੇ ਦੇਖਦੇ ਹਾਂ। ਤਾਂ ਹੋਇਆ ਕਿ 1666 ਦੇ ਵਿੱਚ ਔਰੰਗਜ਼ੇਬ ਨੇ, ਹੁਣ ਕੀ ਹੋਇਆ ਜਦੋਂ ਟ੍ਰੀਟੀ ਆਫ ਪੁਰੰਦਰ ਹੋਈ, ਸਟੋਰੀ ਸਮਝ ਲਓ। ਜਦੋਂ ਟ੍ਰੀਟੀ ਆਫ ਪੁਰੰਦਰ ਹੋਈ ਤਾਂ ਇਹਨਾਂ ਨੇ ਕੀ ਕਿਹਾ ਕਿ ਉਸ ਟ੍ਰੀਟੀ ਦੇ ਤਹਿਤ ਇੱਕ ਵਾਰ ਸ਼ਿਵਾਜੀ ਨੂੰ ਜਾ ਕੇ ਕਿਹਨੂੰ ਮਿਲਣਾ ਪਏਗਾ? ਦਿੱਲੀ ਦੇ ਵਿੱਚ ਔਰੰਗਜ਼ੇਬ ਨੂੰ ਮਿਲਣਾ ਪਏਗਾ। ਠੀਕ ਹੈ। ਤਾਂ ਕੀ ਹੋਇਆ 1665 ਦੇ ਵਿੱਚ ਹੀ ਕੀ ਹੋਇਆ, ਸੌਰੀ 66 ਦੇ ਵਿੱਚ ਹੀ ਕਿੱਥੇ ਚਲੇ ਗਏ ਜੀ ਸ਼ਿਵਾਜੀ? ਦਿੱਲੀ ਚਲੇ ਗਏ। ਨੋ ਡਾਊਟ। ਠੀਕ ਹੈ। ਤਾਂ ਕਿੱਥੇ ਚਲੇ ਗਏ? ਦਿੱਲੀ ਚਲੇ ਗਏ ਔਰੰਗਜ਼ੇਬ ਦੇ ਨਾਲ, ਔਰੰਗਜ਼ੇਬ ਨੂੰ ਮਿਲਣ। ਤਾਂ ਜਦੋਂ ਉੱਥੇ ਗਏ ਤਾਂ ਔਰੰਗਜ਼ੇਬ ਨੇ ਉਹਨਾਂ ਨਾਲ ਸਹੀ ਟ੍ਰੀਟ ਨਹੀਂ ਕੀਤਾ। ਜਾ ਕੇ ਉਹਨਾਂ ਨੂੰ ਕਿਹਾ ਵੀ ਤੂੰ ਇਹ ਕੀ ਟ੍ਰੀਟ ਕੀਤਾ? ਉਹਨਾਂ ਨੂੰ ਵੇਟਿੰਗ ਰੂਮ ਦੇ ਵਿੱਚ ਬਿਠਾ ਦਿੱਤਾ ਗਿਆ। ਠੀਕ ਹੈ। ਕਿਉਂਕਿ ਉਹ ਵੀ ਆਪਣੇ ਟਾਈਮ ਦੇ ਵਿੱਚ ਕੀ ਸੀਗੇ? ਰਾਜਾ ਸੀਗੇ। ਉਹਨਾਂ ਨੂੰ ਕਾਫੀ ਜ਼ਿਆਦਾ ਗੁੱਸਾ ਆਇਆ। ਔਰੰਗਜ਼ੇਬ ਨੇ ਧੋਖੇ ਦੇ ਨਾਲ ਕਿਡਨੈਪ ਕਰ ਲਿਆ ਜੀ ਕਿਹਨੂੰ? ਸ਼ਿਵਾਜੀ ਨੂੰ। ਪਰ ਸ਼ਿਵਾਜੀ ਆਪਣੀ ਚਲਾਕੀ ਦੇ ਨਾਲ ਕੁਝ ਹੀ ਟਾਈਮ ਦੇ ਵਿੱਚ ਉਹਨਾਂ ਦੀ ਜੇਲ੍ਹ ਦੇ ਵਿੱਚੋਂ ਬਾਹਰ ਨਿਕਲੇ ਔਰ 1668 ਦੇ ਵਿੱਚ ਉਹਨਾਂ ਨੂੰ ਕੀ ਦਿੱਤਾ ਜੀ? ਟਾਈਟਲ, ਰਾਜਾ ਦਾ ਟਾਈਟਲ ਦਿੱਤਾ। ਮਤਲਬ ਔਰੰਗਜ਼ੇਬ ਨੇ ਐਕਸੈਪਟ ਕਰ ਲਿਆ ਕਿ ਇਹ ਕੀ ਨੇ? ਇੱਕ ਰਾਜੇ ਹੀ ਨੇ। ਸਮਝ ਆਈ? ਅੱਛਾ ਇਹ ਦੱਸੋ ਕਿ ਜਿਹੜੇ ਸੂਰਤ ਲੁੱਟਿਆ ਸੀ ਕਿਹੜੇ ਸਾਲ ਚ ਲੁੱਟਿਆ ਸੀਗਾ? 64 ਤੇ 70 ਤੇ ਅੱਛਾ 64 ਦੇ ਵਿੱਚ, ਤੇ ਜਿਹੜੀ ਟ੍ਰੀਟੀ ਆਫ ਪੁਰੰਦਰ ਸਾਲ 65 ਦੇ ਵਿੱਚ ਜਿਹਦੇ ਵਿੱਚ ਬਦਲੇ ਚ ਕੀ ਕੀਤਾ ਕਰਨਾ ਪਿਆ? बीजापुर ਦੇ ਕਾਫੀ ਸਾਰੇ ਐਕਵਾਇਰ ਕੀਤੇ ਹੋਏ ਕਿਲੇ ਸ਼ਿਵਾਜੀ ਨੂੰ ਕੀ ਕਰਨੇ ਪਏ? ਵਾਪਸ ਕਰਨੇ ਪਏ। ਠੀਕ ਹੈ ਜੀ। ਅੱਛਾ ਉਸ ਤੋਂ ਬਾਅਦ ਕਿਹਨੂੰ ਮਿਲਣ ਗਏ ਸ਼ਿਵਾਜੀ? ਔਰੰਗਜ਼ੇਬ ਨੂੰ। ਠੀਕ ਹੈ। ਉਹਨਾਂ ਨੇ ਕੀ ਕਰ ਲਿਆ ਜੀ? ਕਿਡਨੈਪ ਕਰ ਲਿਆ। ਪਰ ਆਪਣੀ ਚਲਾਕੀ ਦੀ ਵਜ੍ਹਾ ਕਰਕੇ ਕੀ ਹੋ ਗਿਆ? ਸ਼ਿਵਾਜੀ ਬਾਹਰ ਨਿਕਲੇ ਔਰ 1668 ਦੇ ਵਿੱਚ ਉਹਨਾਂ ਨੇ ਕੀ ਦੇ ਲਿਆ? ਆਪਣੇ ਆਪ ਨੂੰ ਰਾਜਾ ਦਾ ਟਾਈਟਲ ਦੇ ਲਿਆ। ਠੀਕ ਹੈ ਜੀ। ਅੱਛਾ ਉਸ ਤੋਂ ਬਾਅਦ ਬਾਹਰ ਆਉਣ ਤੋਂ ਬਾਅਦ 1674 ਕੁਐਸਚਨ ਇੰਪੋਰਟੈਂਟ ਹੈ ਜੀ, ਪੁੱਛਦਾ ਹੈ ਕਿ ਸ਼ਿਵਾਜੀ ਦਾ ਕੋਰੋਨੇਸ਼ਨ ਕਦੋਂ ਹੋਇਆ? ਕੋਰੋਨੇਸ਼ਨ ਮਤਲਬ ਸਮਝਦੇ ਹੋ? ਰਾਜ ਤਿਲਕ मतलब राजा बनन दे टाइम जिवें ਉਹ ਜੋ ਕਰਦੇ ਆ, ਕਿਹੜੀ ਮੂਵੀ ਆ ਉਹ? पुरानी मूवीज में करते हैं ਬਾਹੁਬਲੀ ਦੇ ਵਿੱਚ ਉਹ ਕਰਦੇ ਨਹੀਂ ਹੁੰਦੇ ਮੈਂ ਹਾਂਜੀ ਮਹੇਸ਼ਮਤੀ ਹੈ ਨਾ। ਚਲੋ ਠੀਕ ਹੈ। ਮੈਂ ਕੀ ਕਹਿੰਦਾ ਹੁੰਦਾ? ਮੈਂ ਅਮਰਿੰਦਰ ਸਿੰਘ। हाँ मैं अमरेंद्र बाहुबली है ना, महेशमती की शब्द लेता हूं। चलो ठीक है, आ जाओ। ठीक है सुन लो जी। अच्छा शिवाजी ਦਾ ਕੋਰੋਨੇਸ਼ਨ ਦੇਖੋ ਪੁੱਛਦਾ ਹੈ ਜਿਹੜੇ ਤੁਹਾਡੇ P++ ਦਾ ਅਗਰ ਕੋਈ ਪੇਪਰ ਹੋਏਗਾ, ਪੰਜਾਬ ਪੁਲਿਸ ਦਾ ਪੇਪਰ ਹੋਊਗਾ, ਉਦਾਂ ਦੇ ਪੇਪਰਸ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ। ਤਾਂ 1674 ਦੇ ਵਿੱਚ ਸ਼ਿਵਾਜੀ ਦਾ ਕੀ ਹੋਇਆ? ਕੋਰੋਨੇਸ਼ਨ ਮਤਲਬ ਰਾਜ ਤਿਲਕ ਹੋਇਆ। ਕਿੱਥੇ ਹੋਇਆ? ਰਾਏਗੜ੍ਹ ਦੇ ਵਿੱਚ ਹੋਇਆ। ਇਹ ਵੀ ਤੁਸੀਂ ਯਾਦ ਰੱਖਣਾ। 1674 ਇੱਥੇ ਤੱਕ ਸਮਝ ਆ ਗਈ? ਚਲੋ ਫਿਰ ਹੁਣ ਸੁਣਾਓਗੇ ਤੁਸੀਂ। शिवाजी का जन्म किहड़े साल दे विच होया सीगा? 1600 देख के नहीं बोलना। 1630 1630 तो लेके किथे तक पढ़िया सी? 1680 तक। 50 साल दा टेन्योर सी। अच्छा ਜਿਹੜੇ शिवाजी ਸੀਗੇ ਇਹਨਾਂ ਦੇ स्पिरिचुअल गुरु ਸੀ, ਉਹਨਾਂ ਦਾ ਨਾਮ ਕੀ ਸੀਗਾ? रामदास। अच्छा ਜਿਹੜੇ शिवाजी ਦੇ पॉलिटिकल गुरु ਸੀ दादा जी कौन थे? ठीक है बिल्कुल सही। अच्छा ਇਹਨਾਂ ਦੀ ਮਦਰ ਦਾ ਕੀ ਨਾਮ ਸੀਗਾ? ਸਭ ਤੋਂ ਪਹਿਲੇ ਛਤਰਪਤੀ ਕਿਹੜੇ ਸੀਗੇ? छत्रपति शिवाजी। ठीक है। और सब तो लास्ट केड़े सीगे? शाहू जी। सब तो पहले पेशवा केड़े सीगे? बालाजी विश्वनाथ पहले पेशवा सीगे। अच्छा दूसरे पेशवा? बाजीराव द्वितीय या 2? सॉरी 1। ठीक है। अच्छा ते किदे टाइम मराठा एम्पायर 5 पार्ट च डिवाइड होया? बाजीराव 1 कह लो या शाहू जी कह लो। अच्छा जेडे बालाजी विश्वनाथ बने सीगे पेशवा, वो किदे टाइम बने सीगे? शाहू जी के टाइम। ठीक है। क्लियर है? समझ आ रहे? ठीक है। अच्छा ये दसो कि ਉਹ ਜਿਹੜੇ 5 ਜਿਹੜੇ ਪੇਸ਼ਵਾ ਰਹਿ ਰਹੇ ਸੀਗੇ ਉਹ ਕਿਹੜੇ ਏਰੀਆ ਚ ਰਹਿ ਰਹੇ ਸੀਗੇ? ਗਾਇਕਵਾੜ ਕਿੱਥੇ ਰਹਿ ਰਹੇ ਸੀਗੇ? ਬਰੋਦਾ। ਹੋਲਕਰ ਕਿੱਥੇ ਰਹਿ ਰਹੇ ਸੀਗੇ? ਹੋਲਕਰ ਹੀ ਦੋ ਹੀ। ਅੱਛਾ ਤੇ ਘੋਸਲੇ ਕਿੱਥੇ ਰਹਿ ਰਹੇ ਸੀ? ਨਾਗਪੁਰ। ਅੱਛਾ ਕਿਹੜੇ ਰਹਿ ਗਏ? ਕਿਹੜੇ ਰਹਿ ਗਏ? ਸਿੰਧੀਆ ਮੈਮ। ਸਿੰਧੀਆ ਗਵਾਲੀਅਰ ਕਿੱਥੇ? ਮਤਲਬ ਸਿੰਧੀਆ ਕਿੱਥੇ ਰਹਿ ਰਹੇ ਸੀਗੇ? ਗਵਾਲੀਅਰ। ਇਹ ਸਾਰਾ ਕੁਝ ਕਿਹਦੇ ਟਾਈਮ ਹੋਇਆ? ਸ਼ਾਹੂ ਜੀ ਜਾਂ ਫਿਰ ਬਾਜੀਰਾਓ ਦੇ ਟਾਈਮ। ਅੱਛਾ ਇਹ ਦੱਸੋ ਕਿ ਜਿਹੜਾ ਬਾਜੀਰਾਓ ਨੇ ਸੂਰਤ ਨੂੰ ਕਿਹੜੇ 2 ਸਾਲਾਂ ਚ ਲੁੱਟਿਆ? 64 ਚ ਲੁੱਟਿਆ। ਜਦੋਂ 64 ਚ ਲੁੱਟਿਆ ਤਾਂ ਕੀ ਹੋ ਗਿਆ? ਔਰੰਗਜ਼ੇਬ ਨੂੰ ਪ੍ਰੋਬਲਮ ਹੋ ਗਈ। ਤਾਂ ਕੀ ਹੋਇਆ? ਪ੍ਰਿਥਵੀਰਾਜ ਤੋਂ ਪਹਿਲਾਂ ਕਿਹਨੂੰ ਭੇਜਿਆ ਸੀਗਾ? ਜੈ ਸਿੰਘ ਕੀ ਸੀਗਾ? ਰਾਜਾ ਸੀ। ਕਿਹਦੇ ਨਾਲ ਲੜਾਈ ਹੋਈ? ਛਤਰਪਤੀ शिवाजी ਨਾਲ। ਜਿੱਤਿਆ ਕੌਣ? ਜੈ ਸਿੰਘ। ਬਦਲੇ ਚ ਕੀ ਹੋਈ? ਟ੍ਰੀਟੀ ਆਫ ਪੁਰੰਦਰ ਸਾਈਨ ਹੋਈ। ਕਿਹੜੇ ਸਾਲ ਦੇ ਵਿੱਚ? 1665 ਦੇ ਵਿੱਚ। ਰਾਜਾ ਦਾ ਟਾਈਟਲ? ਜੈ ਸਿੰਘ 68 ਚ ਮਿਲਿਆ ਸੀਗਾ। 68 ਚ ਮਿਲਿਆ ਸੀਗਾ ਜੀ। 66 ਚ। ਨਹੀਂ 68 ਚ ਮਿਲਿਆ ਮੈਂ 66 ਚ ਮਿਲਣ ਗਿਆ। 68 ਚ ਮਿਲਿਆ ਸੀ।
68 ਹੈ 68 ਦੇ ਵਿੱਚ ਮਿਲਿਆ ਸੀ ਠੀਕ ਹੈ। ਰਾਜਾ ਦਾ ਟਾਈਟਲ ਕੀ ਸੀਗਾ ਜੀ ਆਪਣਾ 68 ਦੇ ਵਿੱਚ ਸੀਗਾ। ਅੱਛਾ ਇਹ ਦੱਸੋ ਕਿ ਸ਼ਿਵਾਜੀ ਦੀ ਜਿਹੜੀ ਕੋਰੋਨੇਸ਼ਨ ਹੋਈ ਸੀਗੀ ਉਹ ਕਿਹੜੇ ਸਾਲ 'ਚ ਹੋਈ? 1674 ਤੇ ਉਹ ਔਰੰਗਜ਼ੇਬ ਨੂੰ ਕਿਹੜੇ ਸਾਲ 'ਚ ਮਿਲਣਗੇ? 66 ਦੇ ਵਿੱਚ ਤੇ ਬਾਹਰ ਆ ਗਏ ਉਸ ਤੋਂ ਬਾਅਦ ਠੀਕ ਹੈ। ਤਾਂ 74 ਦੇ ਵਿੱਚ ਉਹਨਾਂ ਦੀ ਕੀ ਹੋਈ ਹੈ ਜਾ ਕੇ ਕੋਰੋਨੇਸ਼ਨ ਹੋਈ ਹੈ। ਸਮਝ ਆ ਗਈ ਇੱਥੋਂ ਤੱਕ? ਚੱਲੀਏ ਹੁਣ ਆਪਾਂ ਅੱਗੇ ਚਲੋ। ਤੇ ਹੋਈ ਕਿੱਥੇ ਸੀਗੀ? ਰਾਏਗੜ੍ਹ ਦੇ ਵਿੱਚ। ਇਹ ਵੀ ਯਾਦ ਰੱਖਣੀ ਹੈ ਠੀਕ ਹੈ। ਇਹ ਤਾਂ ਯਾਦ ਰੱਖਣੀ ਰੱਖਣਾ ਆਪਾਂ ਇਹ ਵੀ ਯਾਦ ਰੱਖਣਾ ਵੀ ਕਿੱਥੇ ਹੋਈ ਹੈ? ਰਾਏਗੜ੍ਹ। ਹੁਣ ਦੇਖੋ ਕੀ ਹੋਇਆ ਤਾਂ ਮਰਾਠੇ ਕੀ ਸੀਗੇ ਆਪਣੇ ਟਾਈਮ ਦੇ ਵਿੱਚ ਦੋ ਤਰੀਕੇ ਦਾ ਟੈਕਸ ਸੀਗਾ ਕਲੈਕਟ ਕਰਦੇ ਸੀ। ਸੁਪਰ ਇੰਪੋਰਟੈਂਟ ਕੁਐਸਚਨ ਫॉर ਪੀਪੀਐਸਸੀ ਐਂਡ ਬਾਕੀ ਪੇਪਰਾਂ ਲਈ ਤਾਂ ਹੈਗਾ ਹੀ ਹੈਗਾ ਠੀਕ ਹੈ। ਤਾਂ ਇਹ ਕੁਐਸਚਨ ਪੁੱਛਦਾ ਹੈ ਜੀ ਦੇਖੋ ਦੋ ਤਰੀਕੇ ਦਾ ਟੈਕਸ ਸੀਗਾ ਮਰਾਠੇ ਕਲੈਕਟ ਕਰਦੇ ਸੀ। ਇੱਕ ਦਾ ਨਾਮ ਸੀਗਾ ਸਰਦੇਸ਼ਮੁਖੀ, ਇੱਕ ਦਾ ਨਾਮ ਸੀਗਾ ਚੌਥ। ਜਿਹੜੀਆਂ ਇਹਨਾਂ ਦੀਆਂ ਨੇਬਰਿੰਗ ਸਟੇਟਸ ਸੀਗੀਆਂ ਜਿੱਥੇ ਜਿੱਤ ਜਾਂਦੇ ਹੁੰਦੇ ਸੀ, ਮੰਨ ਲਓ ਕਿਸੇ ਵੀ ਸਟੇਟ ਦੇ ਨਾਲ ਇਹਨਾਂ ਦੀ ਲੜਾਈ ਹੋ ਗਈ ਔਰ ਇਹ ਜਿੱਤ ਗਏ ਤਾਂ ਨੇਬਰਿੰਗ ਸਟੇਟ ਤੋਂ ਜਿਹੜਾ ਇਹ ਟੈਕਸ ਕਲੈਕਟ ਕਰਦੇ ਸੀ ਉਹਦਾ ਨਾਮ ਸੀਗਾ ਜੀ ਚੌਥ। ਇਹ ਯਾਦ ਰੱਖਣਾ ਜੀ ਇੰਪੋਰਟੈਂਟ ਹੈ। ਨੇਬਰਿੰਗ ਸਟੇਟ ਤੋਂ ਕਰਦੇ ਸੀਗੇ ਜੀ ਚੌਥ ਕਿੰਨਾ 1/4 ਠੀਕ ਹੈ। ਜਿੰਨੀ ਉਹਨਾਂ ਦੀ ਉਹ ਸੀਗੀ ਟੋਟਲ ਉਹ ਸੀ ਉਹਦਾ 1/4। ਔਰ ਸਰਦੇਸ਼ਮੁਖੀ ਕੀ ਕਰਦੇ ਸੀਗੇ ਜੀ ਆਪਣੀ ਸਟੇਟ ਤੋਂ ਲੈਂਦੇ ਸੀਗੇ 1/10 ਆਫ ਲੈਂਡ ਰੈਵਨਿਊ। ਮਤਲਬ ਆਪਣੇ ਹੁਣ ਦੇਖੋ ਨਾ ਕੋਈ ਵੀ ਰਾਜਾ ਹੈ ਆਪਣੀ ਪ੍ਰਜਾ ਤੋਂ ਟੈਕਸ ਤਾਂ ਲੈਂਦਾ ਹੀ ਹੈ ਕੁਝ ਪਰਸੈਂਟੇਜ ਕਿਉਂਕਿ ਉਹਨੇ ਜਿਹੜਾ ਏਰੀਆ ਨੂੰ ਡਿਵੈਲਪ ਕਰਨਾ ਹੀ ਹੁੰਦਾ ਹੈ। ਸਰਕਾਰ ਆਪਣੇ ਤੋਂ ਵੀ ਟੈਕਸ ਲੈਂਦੀ ਹੈ ਕਿਉਂਕਿ ਉਹਨੇ ਡਿਵੈਲਪ ਰਿਟਰਨਸ ਕਿਹਨੂੰ ਦੇਣਾ? ਆਪਾਂ ਨੂੰ ਹੀ ਦੇਣਾ। ਤਾਂ ਸਰਦੇਸ਼ਮੁਖੀ ਕਿਹੜਾ ਹੈ ਜੀ 1/10 ਇਹ ਆਪਣੇ ਹੀ ਲੋਕਾਂ ਤੋਂ ਲੈਂਦੇ ਸੀਗੇ ਲੈਂਡ ਰੈਵਨਿਊ ਦੀ ਫਾਰਮ 'ਚ। ਤੇ ਚੌਥ ਕੀ ਕਰਦੇ ਸੀਗੇ ਜੀ ਨੇਬਰਿੰਗ ਸਟੇਟ ਤੋਂ ਲੈਂਦੇ ਸੀ। ਤਾਂ ਦੋ ਤਰੀਕੇ ਦੇ ਜਿਹੜੇ ਟੈਕਸ ਸੀਗੇ ਕਲੈਕਟ ਮਤਲਬ ਕਰਦੇ ਸੀਗੇ। ਅੱਗੇ ਜਾ ਕੇ ਮਰਾਠਾ ਦਾ ਜਿਹੜਾ ਡਿਕਲਾਈਨ ਹੋਇਆ ਨਾ ਮੇਨ ਕਾਰਨ ਉਹਨਾਂ ਦਾ ਇਹ ਦੋ ਟੈਕਸ ਹੀ ਸੀਗੇ। ਮੇਨ ਚੌਥ ਹੀ ਸੀਗਾ ਜਿਹੜੇ ਆਪਣੇ ਨੇਬਰਿੰਗ ਸਟੇਟ ਤੋਂ ਚੌਥ ਕਲੈਕਟ ਕਰਦੇ ਸੀਗੇ। ਇਹ ਮੇਨ ਇੱਕ ਕਾਰਨ ਹੀ ਬਣ ਗਿਆ ਸੀਗਾ ਮਰਾਠਾ ਐਮਪਾਇਰ ਦੇ ਡਿਕਲਾਈਨ ਹੋਣ ਦਾ ਠੀਕ ਹੈ। ਸਮਝ ਆ ਗਈ? ਕਲੀਅਰ ਹੈ? ਚਲਿਏ ਯਾਦ ਰੱਖਣੀ ਬਹੁਤ ਇੰਪੋਰਟੈਂਟ ਨੇ ਦੋਨੋਂ ਟੈਕਸ। ਹਾਂ ਹੁਣ ਆਪਾਂ ਗੱਲ ਕਰਦੇ ਹਾਂ ਦੇਖੋ ਜੀ शिवाजी ਦੇ ਕੀ ਸੀਗੇ। ਆਪਾਂ ਨੇ ਪਹਿਲਾਂ ਹੀ ਗੱਲ ਕੀਤੀ ਸੀ ਕਿ शिवाजी ਦਾ ਇੱਕ ਪੂਰਾ ਮੰਤਰੀ ਮੰਡਲ ਸੀਗਾ। शिवाजी ਕੀ ਕਰਦੇ ਸੀ ਹੁਣ ਜਿਹੜਾ ਇੱਕ ਰਾਜਾ ਹੋਊਗਾ ਉਹਨੂੰ ਸਾਰਾ ਕੁਝ ਆਪ ਤਾਂ ਨਹੀਂ ਦੇਖੂਗਾ ਉਹ ਆਪਣੇ ਨਾਲ ਇੱਕ ਕੀ ਰੱਖਦਾ ਹੁੰਦਾ ਮੰਤਰੀ ਮੰਡਲ ਰੱਖਦਾ ਹੈ। ਦੇਖਿਆ ਹੋ ਤੁਸੀਂ ਮੂਵੀਜ਼ 'ਚ ਕਾਫੀ ਸਾਰੇ ਮੰਤਰੀ ਬੈਠੇ ਹੁੰਦੇ ਨੇ। ਤਾਂ ਐਦਾਂ ਹੀ शिवाजी ਦੀ ਕੀ ਸੀਗੀ ਇੱਕ ਅਸ਼ਟ ਪ੍ਰਧਾਨ ਸੀਗੀ। ਅਸ਼ਟ ਪ੍ਰਧਾਨ ਦਾ ਮਤਲਬ ਕੀ ਸੀਗਾ ਕਿ शिवाजी ਦੇ 8 ਮੰਤਰੀ ਸੀਗੇ ਠੀਕ ਹੈ। अष्ट का मतलब ਅਸ਼ਟ ਹਾਂ ਅਸ਼ਟ ਦਾ ਮਤਲਬ 8 अष्ट प्रधान पूछणगे कि केड़ा राजा सीगा जिहदे अष्ट प्रधान सी तां शिवाजी ठीक है। ਤਾਂ ਹੁਣ ਦੇਖੋ ਪੇਸ਼ਵਾ ਸਭ ਤੋਂ ਹਾਈਐਸਟ ਸਭ ਤੋਂ ਵੱਡਾ ਟਾਈਟਲ ਜਿਹੜਾ ਹੁੰਦਾ ਸੀ ਪੂਰੀ ਮੰਤਰੀ ਮੰਡਲ ਦੇ ਵਿੱਚ ਉਹ ਕਿਹਦਾ ਸੀਗਾ ਜੀ ਪੇਸ਼ਵਾ ਦਾ ਹੁੰਦਾ ਸੀਗਾ ਪੀਐਮ। ਅੱਛਾ ਉਸ ਤੋਂ ਬਾਅਦ ਸੀਗਾ ਅਮਤਿਆ ਤੇ ਮਜੁਮਦਾਰ। ਇਹਨਾਂ ਨੂੰ ਅਮਤਿਆ ਵੀ ਕਹਿ ਦਿੰਦੇ ਸੀਗੇ ਕੀ ਹੁੰਦੇ ਸੀ ਫਾਈਨਾਂਸ ਮਿਨਿਸਟਰ। ਫਾਈਨਾਂਸ ਮਿਨਿਸਟਰ ਨੂੰ ਕੀ ਬੋਲਦੇ ਸੀ ਅਮਤਿਆ ਬੋਲਦੇ ਸੀਗੇ। ਅੱਛਾ ਉਸ ਤੋਂ ਬਾਅਦ ਕੀ ਸੀਗੇ ਜੀ ਆਪਣੇ ਪਾਸ ਵਾਕਿਆ ਜਾਂ ਨਾਵਿਸ ਇਹ ਸੀਗਾ ਹੋਮ ਮਿਨਿਸਟਰ। ਸਮੰਤ ਸੁਣਿਆ ਸਮੰਤ ਇਹ ਹੁੰਦੇ ਸੀਗੇ ਐਕਸਟਰਨਲ ਅਫੇਅਰ ਮਿਨਿਸਟਰ। ਇਹ ਯਾਦ ਕਰਨੇ ਪੈਣਗੇ ਜੀ ਠੀਕ ਹੈ। ਉਸ ਤੋਂ ਬਾਅਦ ਆਪਣੇ ਪਾਸ ਕੀ ਸੀਗੇ ਜੀ ਨੈਕਸਟ ਸੰਚਿਵ ਇਹ ਸੀਗੇ ਜੀ ਆਫੀਸ਼ੀਅਲ ਵੀ ਮਤਲਬ ਕੀ ਕਰਦੇ ਸੀਗੇ ਇਹ ਕੋਈ ਬਾਹਰ ਵਾਲਾ ਮੈਸੇਜ ਲੈ ਕੇ ਆਉਣਾ ਕੋਈ ਲੈਟਰ ਸੰਦੇਸ਼ ਵਗੈरह पे पहुंचाना ਤਾਂ ਇਹ ਸੰਚਿਵ ਹਾਂ ਬਿਲਕੁਲ ਮੈਸੇਂਜਰ ਦਾ ਕੰਮ ਕਰਦੇ ਸੀ। ਉਸ ਤੋਂ ਬਾਅਦ ਪੰਡਿਤ ਰਾਓ ਆਬਵੀਅਸਲੀ ਪੰਡਿਤ ਹੀ ਸੀਗੇ। ਸਰੇ ਨਿਵਾਇਤ ਇਹ ਆਰਮੀ ਅਫੇਅਰ ਨੂੰ ਡੀਲ ਕਰਦੇ ਸੀ। ਨਿਆਇਧੀਸ਼ ਆਬਵੀਅਸਲੀ ਜੁਡੀਸ਼ਰੀ ਨੂੰ ਡੀਲ ਕਰਦੇ ਸੀਗੇ। ਜ਼ਿਆਦਾ ਨਹੀਂ ਤਾਂ ਆ ਜ਼ਰੂਰ ਯਾਦ ਰੱਖਣਾ ਪੇਸ਼ਵਾ ਅਮਤਿਆ ਯਾਦ ਰੱਖਿਓ ਤੇ ਇਹਦੇ ਵਿੱਚ ਇੱਕ ਸਮੰਤ ਯਾਦ ਰੱਖਿਓ। ਸਮੰਤ ਦਾ ਪੁੱਛ ਲੈਂਦਾ ਠੀਕ ਹੈ। समंत करना दोबारा में स्लाइड। ਸਮੰਤ ਕੀ ਹੈ ਐਕਸਟਰਨਲ ਅਫੇਅਰ ਮਿਨਿਸਟਰ ਜਿਹੜਾ ਕਿ ਬਾਹਰ ਵਾਲੇ ਸਟੇਟਸ ਦੇ ਨਾਲ ਕੀ ਕਰਦਾ ਹੈ ਡੀਲ ਕਰਦਾ ਹੈ। ਸਮਝ ਆ ਗਈ? ਇਹ ਕੀ ਸੀਗੀ ਅਸ਼ਟ ਪ੍ਰਧਾਨ ਸੀ 8 ਖਾਸ ਮੰਤਰੀ ਹੁੰਦੇ ਸੀਗੇ ਕਿਹਦੇ ਜੀ शिवाजी ਦੇ। ਕਲੀਅਰ ਹੈ? ਸਮਝ ਆ ਗਈ? ਚਲੋ ਹੁਣ ਦੇਖੋ ਜੀ ਆਪਾਂ ਅੱਗੇ ਚੱਲਦੇ ਆ। ਹੁਣ ਦੇਖੋ ਕੀ ਹੋਇਆ ਛਤਰਪਤੀ शिवाजी ਦੇ ਟਾਈਮ ਤੋਂ ਬਾਅਦ ਦੇਖੋ ਪੇਸ਼ਵਾ ਕਿਹਦੇ ਟਾਈਮ 'ਚ ਜ਼ਿਆਦਾ ਜਾ ਕੇ ਸਟਰੋਂਗ ਹੋਏ ਨੇ ਸ਼ਾਹੂ ਜੀ ਦੇ ਟਾਈਮ ਦੇ ਵਿੱਚ ਸਟਰੋਂਗ ਹੋਏ ਨੇ ਠੀਕ ਹੈ ਜੀ। ਹੁਣ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਬਾਲਾਜੀ ਵਿਸ਼ਵਨਾਥ ਸੀਗੇ ਜੀ ਜਿਹਦੀ ਜਦੋਂ ਉਹਨਾਂ ਦੀ ਡੈਥ ਹੋਈ ਹੈ 1717 ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਨੈਕਸਟ ਪੇਸ਼ਵਾ ਆ ਗਏ ਸੀਗੇ ਉਹ ਆ ਗਏ ਸੀ ਬਾਜੀਰਾਓ 1। ਤੇ ਤੁਸੀਂ ਇਹ ਮੂਵੀ ਦੇ ਵਿੱਚ ਦੇਖਿਆ ਹੋਊਗਾ ਜਿਹੜਾ ਸਾਊਥ ਦੇ ਨਿਜ਼ਾਮ ਦੇ ਨਾਲ ਰਣਵੀਰ ਸਿੰਘ ਡੀਲ ਕਰਦਾ ਹੁੰਦਾ ਜਾ ਕੇ ਉਹਦੇ ਕੋਲ ਨਾਲ ਗੱਲ ਕਰਦਾ ਹੁੰਦਾ ਤਾਂ ਇਹਨਾਂ ਦੇ ਕਾਫੀ ਵਾਰ ਇਹਨਾਂ ਦੀ ਬਾਜੀਰਾਓ 1 ਦੇ ਟਾਈਮ ਇਹਨਾਂ ਦੀ ਕਾਫੀ ਵਾਰ ਟਸਲ ਕਿਹਦੇ ਨਾਲ ਹੋਈ ਹੈ ਜੀ ਆਪਣੇ ਪਾਸ ਜਿਹੜੇ ਸਾਊਥ ਦੇ ਨਿਜ਼ਾਮ ਸੀਗੇ ਉਹਨਾਂ ਦੇ ਨਾਲ ਠੀਕ ਹੈ। ਬੈਟਲ ਆਫ ਪਾਲਖੇੜ ਤੋਂ ਬਾਅਦ ਇਹਨਾਂ ਦੇ ਨਾਲ ਹੋਈ ਹੈ ਜੀ ਨਿਜ਼ਾਮ ਦੇ ਨਾਲ ਟ੍ਰੀਟੀ ਆਫ ਮੂੰਗੀ ਸਿਵਗਾਉਂ। ਯਾਦ ਰੱਖਣਾ ਜੀ ਟ੍ਰੀਟੀ ਆਫ ਮੂੰਗੀ ਸਿਵਗਾਉਂ ਕਿਹਦੇ ਟਾਈਮ ਸਾਈਨ ਹੋਈ ਹੈ ਜੀ ਆਪਣੇ ਇਹਦੇ ਟਾਈਮ ਹੀ ਸਾਈਨ ਹੋਈ ਹੈ ਬਾਜੀਰਾਓ 1 ਦੇ ਟਾਈਮ। ਬੈਟਲ ਆਫ ਜਿਹਨੂੰ ਪਾਲਖੇੜ ਬੋਲਿਆ ਜਾਂਦਾ ਕਿਹਦੇ ਨਾਲ ਹੋਈ ਸੀਗੀ ਨਿਜ਼ਾਮ ਦੇ ਨਾਲ ਹੋਈ ਸੀ। ਸਮਝ ਆ ਗਈ?
ਜਿਹੜੇ ਪੀਪੀਐਸਸੀ ਵਾਲੇ ਨੇ ਉਹਨਾਂ ਨੇ ਇਹ ਚੀਜ਼ ਥੋੜੀ ਜਿਹੀ ਜ਼ਿਆਦਾ ਡਿਟੇਲ 'ਚ ਉਹਨਾਂ ਨੂੰ ਪੜ੍ਹਨੀ ਪਏਗੀ। ਜਿਹੜੇ ਬਾਕੀ ਪੇਪਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੇ ਜਿਵੇਂ ਉੱਪਰ ਪੜ੍ਹ ਲਿਆ ਨਾ ਆਪਾਂ ਨੇ, ਜਿਵੇਂ ਮੇਨ ਡੇਟਸ ਨੇ ਉਹ ਐਵੇਂ ਵੀ ਯਾਦ ਰੱਖ ਸਕਦੇ ਨੇ, ਉਹਨਾਂ ਨੂੰ ਚਾਹੇ ਇੰਨਾ ਡਿਟੇਲ ਦੇ ਵਿੱਚ ਉਹਨਾਂ ਨੂੰ ਨਹੀਂ ਵੀ ਯਾਦ ਰਹੇਗਾ ਚੱਲ ਜਾਏਗਾ। ਪਰ ਜਿਹੜੇ ਪੀਪੀਐਸਸੀ ਲਈ ਪ੍ਰਿਪੇਅਰ ਕਰ ਰਹੇ ਨੇ ਕੋਆਪਰੇਟਿਵ ਦੇ ਲਈ, ਨੈਬ ਦੇ ਲਈ, ਉਹਨਾਂ ਨੂੰ ਸਾਰੇ ਹੀ ਪੜ੍ਹਨਾ ਪਏਗਾ ਜਿਨ੍ਹਾਂ ਨੇ ਉਹ ਪੇਪਰ ਦੇਣਾ ਹੈ। ਸਮਝ ਆ ਗਈ? ਅੱਛਾ, ਉਸ ਤੋਂ ਬਾਅਦ ਕੀ ਹੋਇਆ ਜੀ, ਬੈਟਲ ਆਫ ਦਿੱਲੀ ਵੀ ਹੋਈ ਆ 1737 ਦੇ ਵਿੱਚ, ਕਿਹਦੇ ਨਾਲ? ਮੁਹੰਮਦ ਸ਼ਾਹ ਦੇ ਨਾਲ। ਤੇ 39 ਦੇ ਵਿੱਚ ਇਹਦੇ ਟਾਈਮ ਹੀ ਨਾਦਰ ਸ਼ਾਹ ਨੇ ਕੀ ਕੀਤਾ ਸੀਗਾ, ਦਿੱਲੀ ਦੇ ਉੱਪਰ ਅਟੈਕ ਕੀਤਾ ਸੀਗਾ। ਉਸ ਟਾਈਮ ਬਾਜੀਰਾਓ 1 ਸੀਗੇ, ਠੀਕ ਹੈ। ਨਾਦਰ ਸ਼ਾਹ ਨੇ ਕਿਹਦੇ ਉੱਪਰ ਅਟੈਕ ਕੀਤਾ ਜੀ, ਦਿੱਲੀ ਦੇ ਵਿੱਚ। ਪਰ ਇਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਉਹ ਕਦੋਂ ਹੋਈ ਹੈ ਜੀ, 1740 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਬਾਜੀਰਾਓ 1 ਦੀ। ਆਪਾਂ ਨੇ ਕੀ ਪੜਿਆ, ਇੱਕ ਤਾਂ ਬਾਜੀਰਾਓ 1 ਦੀ ਆਪਾਂ ਨੇ ਪੜ੍ਹੀ ਹੈ ਬੈਟਲ ਆਫ ਪਾਲਖੇਡ, ਕਿਹਦੇ ਨਾਲ ਹੋਈ ਹੈ, ਨਿਜ਼ਾਮ ਦੇ ਨਾਲ। ਦੂਸਰੀ ਆਪਾਂ ਨੇ ਕਿਹੜੀ ਪੜ੍ਹੀ ਹੈ, ਬੈਟਲ ਆਫ ਦਿੱਲੀ ਵੀ ਕਿਹਦੇ ਨਾਲ ਹੋਈ ਸੀਗੀ, ਮੁਹੰਮਦ ਸ਼ਾਹ ਦੇ ਨਾਲ। ਤੇ ਇਹਨਾਂ ਦੇ ਟਾਈਮ ਦੇ ਵਿੱਚ 1739 ਦੇ ਵਿੱਚ ਨਾਦਰ ਸ਼ਾਹ ਨੇ ਦਿੱਲੀ ਦੇ ਉੱਪਰ ਅਟੈਕ ਕੀਤਾ ਸੀਗਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਔਰ 1740 ਦੇ ਵਿੱਚ ਕੀ ਹੋ ਗਈ ਸੀ, ਇਹਦੀ ਡੈਥ ਹੋ ਗਈ ਸੀ। ਹਾਂ, ਦੇਖੀ ਨੀ ਮੂਵੀ? ਨਾ ਦੇਖਾਂ ਇਹ ਡਾਊਨਲੋਡ ਕਰਕੇ। ਬਿਮਾਰ ਹੋ ਗਏ ਸੀ ਐਂਡ ਦੇ ਵਿੱਚ, ਠੀਕ ਹੈ। अच्छा, उस तो बाद देख लियो, जे टाइम होगा ना देख लियो तो ਤੁਹਾਨੂੰ ਥੋੜਾ ਜਿਹਾ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਏਗਾ। ਅੱਛਾ, ਉਸ ਤੋਂ ਬਾਅਦ ਆਪਾਂ ਨੈਕਸਟ ਹੋ ਗਏ ਜੀ ਬਾਲਾਜੀ ਬਾਜੀਰਾਓ। ਇਹਨਾਂ ਦੇ ਟਾਈਮ ਕੀ ਹੋਇਆ ਜੀ, ਸਭ ਤੋਂ ਜ਼ਿਆਦਾ ਡਿਵੈਲਪਮੈਂਟ ਜਿਹੜੀ ਹੋਈ ਹੈ, ਅਗਲੇ ਪੇਸ਼ਵਾ ਹੋਏ ਨੇ ਬਾਲਾਜੀ ਬਾਜੀਰਾਓ, ਇਹਨਾਂ ਦੇ ਟਾਈਮ ਜਿਹੜੀ ਡਿਵੈਲਪਮੈਂਟ ਹੋਈ ਹੈ ਸਭ ਤੋਂ ਜ਼ਿਆਦਾ ਹੋਈ ਹੈ। ਤੇ ਇਹਨਾਂ ਦੇ ਟਾਈਮ ਸ਼ਾਹੂ ਜੀ ਦੀ ਕੀ ਹੋਈ ਹੈ, ਡੈਥ ਹੋਈ ਹੈ। ਹੁਣ ਦੇਖੋ ਕੁਐਸਚਨ ਕੀ ਆ ਸਕਦਾ ਕਿ ਦੇਖੋ ਆਪਾਂ ਨੇ ਪਹਿਲੇ ਪੇਸ਼ਵਾ ਵੀ ਦੇਖ ਲਏ, ਦੂਸਰੇ ਵੀ ਦੇਖ ਲਏ, ਤਾਂ ਤੀਸਰੇ ਪੇਸ਼ਵਾ ਕਿਹੜੇ ਸੀਗੇ, ਬਾਲਾਜੀ ਬਾਜੀਰਾਓ। ਔਰ ਇਹਨਾਂ ਨੂੰ ਨਾਨਾ ਸਾਹਿਬ ਵੀ ਕਿਹਾ ਜਾਂਦਾ। ਹੁਣ ਇਹ ਉਹ ਨਾਨਾ ਸਾਹਿਬ ਨਹੀਂ ਹੈਗੇ ਜਿਨ੍ਹਾਂ ਦੀ ਪੈਨਸ਼ਨ ਬੰਦ ਕੀਤੀ ਸੀ 1857 ਦੇ ਰਿਵੋਲਟ ਦੇ ਵਿੱਚ, ਉਹਦੇ ਨਾਲ ਕੰਫਿਊਜ਼ ਨਹੀਂ ਕਰਨਾ। ਇੱਕ ਬੰਦੇ ਦੇ ਦੋ ਨਾਮ ਹੋ ਸਕਦੇ ਨੇ, ਉਹ ਬਹੁਤ ਬਾਅਦ ਵਿੱਚ ਆਏ ਸੀਗੇ। ਜਿਹੜੇ ਸਾਰੇ ਸਭ ਤੋਂ ਲਾਸਟ ਪੇਸ਼ਵਾ ਆਣਗੇ ਨਾ ਬਾਜੀਰਾਓ ਸੈਕਿੰਡ, ਉਹਨਾਂ ਨੇ ਅਡਾਪਟਡ ਸਨ ਸੀਗੇ ਨਾਨਾ ਸਾਹਿਬ, ਇਹਨਾਂ ਨੂੰ ਵੀ ਨਾਨਾ ਹੀ ਕਿਹਾ ਜਾਂਦਾ ਸੀਗਾ, ਠੀਕ ਹੈ। मतलब ये वो नाना साहिब नहीं सीगे। हाँ मैम ये उन्होंने बेटा ही सी ना बाजीराव उन्होंने बेटा ही सी, ठीक है। ਤਾਂ ਇਹਨਾਂ ਦੇ ਟਾਈਮ ਬਾਲਾਜੀ ਬਾਜੀਰਾਓ ਦੇ ਟਾਈਮ ਕੀ ਹੋਇਆ ਜੀ, ਸ਼ਾਹੂ ਜੀ ਦੀ ਕੀ ਹੋ ਗਈ, ਡੈਥ ਹੋ ਗਈ। ਸ਼ਾਹੂ ਜੀ ਦੀ ਡੈਥ ਤੋਂ ਬਾਅਦ ਟ੍ਰੀਟੀ ਆਫ ਸਿੰਗੋਲਾ ਇਹਨਾਂ ਨੇ ਸਾਈਨ ਕਰਤੀ, ਕਿਹਨਾਂ ਦੇ ਨਾਲ, ਛਤਰਪਤੀਆਂ ਦੇ ਨਾਲ। ਜੀ ਤੋਂ ਬਾਅਦ ਇਹ ਤੈਅ ਹੋ ਗਿਆ ਕਿ ਹੁਣ ਮੇਨ ਕੰਟਰੋਲ ਜਾਂ ਮੇਨ ਪਾਵਰ ਕਿਹਨਾਂ ਦੇ ਹੱਥ ਦੇ ਵਿੱਚ ਰਹੇਗੀ, ਪੇਸ਼ਵਾ ਦੇ ਕੰਟਰੋਲ 'ਚ ਰਹੇਗੀ। मतलब ਤੁਹਾਨੂੰ ਕੁਐਸਚਨ ਆਏਗਾ ਕਿ ਜਿਹੜੇ ਪੇਸ਼ਵਾ ਸੁਪਰੀਮ ਪਾਵਰ ਬਣੇ ਨੇ ਉਹ ਕਿਹਦੇ ਟਾਈਮ ਬਣੇ ਨੇ, ਉਹ ਬਾਲਾਜੀ ਬਾਜੀਰਾਓ ਦੇ ਟਾਈਮ ਬਣੇ ਨੇ। ਦੇਖੋ ਇੱਥੋਂ ਚੱਕ ਲਓ ਬਾਲਾਜੀ, ਇੱਥੋਂ ਤੱਕ ਚੱਕ ਲਓ ਬਾਜੀਰਾਓ, ਇੱਕ ਨਾਮ ਇੱਥੋਂ ਚੱਕ ਲਿਆ, ਇੱਕ ਨਾਮ ਇੱਥੋਂ ਰੱਖ ਲਿਆ, ਤਾਂ ਅਗਲੇ ਪੇਸ਼ਵਾ ਬਣ ਗਏ। ਸਮਝ ਆ ਗਈ? ਬਾਲਾਜੀ ਬਾਜੀਰਾਓ ਦੇ ਟਾਈਮ ਕੀ ਹੋਇਆ, ਛਤਰਪਤੀ ਵਾਲਾ ਟਾਈਟਲ ਰਿਮੂਵ ਕਰਕੇ ਪੇਸ਼ਵਾ ਹੀ ਕੀ ਹੋ ਗਏ ਜੀ, ਮਤਲਬ ਮੇਨ ਉਹ ਬਣ ਗਏ। ਤੇ ਇਹਨਾਂ ਦੇ ਟਾਈਮ ਕਿਹੜੀ ਟ੍ਰੀਟੀ ਦੇ ਤਹਿਤ ਇਹ ਸਭ ਕੁਝ ਹੋਇਆ, ਟ੍ਰੀਟੀ ਆਫ ਸਿੰਗੋਲਾ, ਕਿਹਨਾਂ ਦੇ ਨਾਲ ਸਾਈਨ ਕੀਤੀ ਸੀ ਇਹਨਾਂ ਨੇ, ਛਤਰਪਤੀ ਦੇ ਨਾਲ, ਠੀਕ ਹੈ। ਕਲੀਅਰ ਹੈ, ਸਮਝ ਆ ਗਈ? अच्छा, ਤੇ ਉਸ ਤੋਂ ਬਾਅਦ ਨਿਜ਼ਾਮ, ਇਹਨਾਂ ਨੇ ਆਪਣੇ ਟਾਈਮ ਨਿਜ਼ਾਮ ਨੂੰ ਤਾਂ ਕੰਪਲੀਟਲੀ ਕੀ ਕਰਤਾ ਸੀਗਾ, ਹਰਾਤਾ ਸੀਗਾ। ਔਰ ਟ੍ਰੀਟੀ ਆਫ ਝਲਕੀ ਸਾਈਨ ਕਰ ਲਈ ਸੀ, ਜਿਹਦੇ ਵਿੱਚ ਨਿਜ਼ਾਮ ਨੇ ਕੰਪਲੀਟਲੀ ਇਹਨਾਂ ਦੀ ਅਧੀਨਤਾ ਸਵੀਕਾਰ ਕਰ ਲਈ ਸੀਗੀ ਪੇਸ਼ਵਾ ਦੀ। ਪੇਸ਼ਵਾ ਬਹੁਤ ਜ਼ਿਆਦਾ ਪਾਵਰਫੁਲ ਹੋਏ, ਠੀਕ ਹੈ। ਉਸ ਤੋਂ ਬਾਅਦ 1761 ਦੇ ਵਿੱਚ ਹੁਣ ਹੋਇਆ, ਦੇਖੋ ਤੀਸਰਾ ਯੁੱਧ ਹੋਇਆ ਪਾਣੀਪਤ ਦਾ। ਆਪਾਂ ਫਸਟ ਬੈਟਲ ਵੀ ਦੇਖ ਲਈ, ਆਪਾਂ ਸੈਕਿੰਡ ਬੈਟਲ ਵੀ ਪੜ੍ਹੀ ਸੀ ਮੈਡੀਵੀਅਲ ਦੇ ਵਿੱਚ। ਤੀਸਰੀ ਬੈਟਲ ਆਫ ਪਾਣੀਪਤ ਕਿਹਦੇ ਨਾਲ ਹੋਈ ਸੀ, ਇੱਕ ਪਾਸੇ ਮਰਾਠਾ ਫੋਰਸਿਸ ਸੀ ਔਰ ਦੂਸਰੇ ਪਾਸੇ ਕੌਣ ਸੀਗਾ, ਅਹਿਮਦ ਸ਼ਾਹ ਅਬਦਾਲੀ ਸੀਗਾ, ਜਿਹਦੇ ਵਿੱਚ ਕੀ ਹੋਇਆ, ਮਰਾਠਾ ਹਾਰ ਗਏ। ਜਦੋਂ ਇਸ ਇਨਸੀਡੈਂਟ ਦੀ ਨਿਊਜ਼ ਇਹਨਾਂ ਨੂੰ ਮਿਲੀ, ਬਾਲਾਜੀ ਬਾਜੀਰਾਓ ਨੂੰ ਮਿਲੀ, ਤਾਂ ਇਹਨਾਂ ਨੂੰ ਕੀ ਹੋ ਗਿਆ, ਹਾਰਟ ਅਟੈਕ ਹੋ ਗਿਆ। ਸਮਝ ਆ ਗਈ? ਇਹਨਾਂ ਨੂੰ ਹਾਰਟ ਅਟੈਕ ਹੋ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਕੀ ਹੋ ਗਈ ਜੀ, ਇਹਨਾਂ ਦੀ ਡੈਥ ਹੋ ਗਈ। ਸਮਝ ਆ ਗਈ? ਇੱਥੋਂ ਤੱਕ ਕਲੀਅਰ ਹੈ? ਚਲੋ ਹੁਣ ਫਿਰ ਤੁਸੀਂ ਸੁਣਾਓਗੇ ਮੈਨੂੰ ਸ਼ੁਰੂ ਤੋਂ। शिवाजी का जन्म 1630 ਤੋਂ 1630 ਤੋਂ 1680। अच्छा, ਉਹਨਾਂ ਦੀ ਮਦਰ ਦਾ ਨਾਮ ਜੀਜਾਬਾਈ। ਉਹਨਾਂ ਦੇ ਸਪਿਰਚੁਅਲ ਗੁਰੂ ਰਾਮਦਾਸ। ਉਹਨਾਂ ਦੇ ਪੋਲੀਟੀਕਲ ਗੁਰੂ ਕੌਮਦੇਵ, ਠੀਕ ਹੈ। अच्छा, ਪਹਿਲੇ ਪੇਸ਼ਵਾ ਕਿਹੜੇ ਹੋਏ ਨੇ, शिवाजी पेशवा बालाजी विश्वनाथ। पहले पेशवा किहड़े होए ने, बालाजी विश्वनाथ। ना देखो पढ़िया ना, इधरली साइड छत्रपति लिखे सी, इधरली साइड पेशवा। तो पहले पेशवा किहड़े सीगे, बालाजी विश्वनाथ। दूसरे पेशवा किहड़े होए ने, बाजीराव 1। ते तीसरे पेशवा बालाजी बाजी। देखो बालाजी इत्थों चक लिया, बाजीराव इत्थों चक लिया, बालाजी बाजीराव। समझ आ गई? क्लियर हो गया? तो तीसरे पेशवा किहड़े होए ने, बालाजी बाजीराव। अच्छा, जेडी बैटल ऑफ थर्ड बैटल ऑफ पानीपत है किहड़े साल च होई है, 1761 ਦੇ ਵਿੱਚ। ਕਿਹਨਾਂ ਦੇ ਟਾਈਮ ਹੋਈ ਹੈ, मराठे दे नहीं मैम, पेशवा बालाजी बाजीराव। एक साइड सी मराठा साइड तो, ठीक है। और दूसरी साइड कौन सी, अहमद शाह
ਗੱਲ ਨਹੀਂ, ਜਿੱਤ ਗਿਆ ਕੌਣ? ਤੇ ਬਾਲਾਜੀ ਵਿਸ਼ਵਨਾਥ ਦੀ ਕੀ ਹੋ ਗਿਆ? ਡੈਥ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ। ਠੀਕ ਹੈ ਜੀ। ਅੱਛਾ, ਬਾਜੀਰਾਓ 1 ਦੇ ਟਾਈਮ ਬਾਜੀਰਾਓ ਨੇ ਬਾਲਾਜੀ ਵਿਸ਼ਵਨਾਥ ਨੇ ਕਿਹੜੀ ਟ੍ਰੀਟੀ ਦੇ ਤਹਿਤ ਪੇਸ਼ਵਾ ਨੂੰ ਸੁਪਰੀਮ ਪਾਵਰ ਬਣਾਤਾ? ਸੰਗੋਲਾ। ਵੈਰੀ ਗੁੱਡ। ਠੀਕ ਹੈ, ਸੰਗੋਲਾ ਟ੍ਰੀਟੀ ਆਪਾਂ ਪੜਿਆ ਸੀ ਨਾ ਕਿ ਜਦੋਂ ਸ਼ਾਹੂ ਜੀ ਮਹਾਰਾਜ ਸ਼ਿਵਾਜੀ ਛਤਰਪਤੀ ਸ਼ਾਹੂ ਜੀ ਦੀ ਡੈਥ ਹੋ ਗਈ ਤਾਂ ਕੀ ਹੋਇਆ ਜੀ? ਸੰਗੋਲਾ ਟ੍ਰੀਟੀ ਦੇ ਤਹਿਤ ਬਾਜੀਰਾਓ ਨੇ ਕੀ ਕੀਤਾ ਜੀ? ਕਿਹਨੂੰ? ਮਰਾਠਾ ਛਤਰਪਤੀ ਨੂੰ ਓਵਰਟੇਕ ਕਰਕੇ ਪੇਸ਼ਵਾ ਨੂੰ ਕੀ ਕਰਦਾ? ਸੁਪਰੀਮ ਪਾਵਰ ਬਣਾਤਾ। ਠੀਕ ਹੈ, ਸਮਝ ਆ ਗਈ? ਕਲੀਅਰ ਹੈ? ਅੱਛਾ, ਉਸ ਤੋਂ ਬਾਅਦ ਨਿਜ਼ਾਮ ਨੂੰ ਇਹਨਾਂ ਨੇ ਕੰਪਲੀਟਲੀ ਅਧੀਨ ਕਰ ਲਿਆ ਸੀ ਕਿਹੜੀ ਟ੍ਰੀਟੀ ਦੇ ਤਹਿਤ? ਝਲਕੀ। ਟ੍ਰੀਟੀ ਆਫ ਝਲਕੀ ਦੇ ਤਹਿਤ। ਅੱਛਾ, ਇਹ ਦੱਸੋ ਉਸ ਤੋਂ ਬਾਅਦ ਕਿਹੜੇ ਸਾਲ ਦੇ ਵਿੱਚ ਕਿਹੜੇ ਦੋ ਅਟੈਕ ਸ਼ਿਵਾਜੀ ਨੇ ਸੂਰਤ ਦੇ ਉੱਪਰ ਕੀਤੇ ਸੀ? 64 ਤੇ 70 ਇੱਕ 64 ਦੇ ਵਿੱਚ, ਇੱਕ 70। ਜਦੋਂ 64 ਦਾ ਅਟੈਕ ਕੀਤਾ ਤਾਂ ਕੀ ਹੋਇਆ? ਔਰੰਗਜ਼ੇਬ ਨੂੰ ਬੁਰਾ ਲੱਗਾ। ਔਰੰਗਜ਼ੇਬ ਨੂੰ ਪਸੰਦ ਪਹਿਲਾਂ ਤੋਂ ਹੀ ਨਹੀਂ ਸੀਗੇ ਤਾਂ 65 ਦੇ ਵਿੱਚ ਉਹਨੇ ਕਿਹਨੂੰ ਭੇਜਿਆ? ਜੈ ਸਿੰਘ ਨੂੰ। ਜੈ ਸਿੰਘ ਤੇ ਮਰਾਠਾ ਦੇ ਵਿੱਚ ਸ਼ਿਵਾਜੀ ਦੇ ਵਿੱਚ ਯੁੱਧ ਹੋਇਆ ਜਿਹਦੇ ਵਿੱਚ ਕੌਣ ਜਿੱਤਿਆ? ਜੈ ਸਿੰਘ। ਤੇ ਉਸ ਤੋਂ ਬਾਅਦ ਕਿਹੜੀ ਟ੍ਰੀਟੀ ਸਾਈਨ ਹੋਈ? ਟ੍ਰੀਟੀ ਆਫ ਪੁਰੰਦਰ। ਟ੍ਰੀਟੀ ਆਫ ਪੁਰੰਦਰ ਦੇ ਤਹਿਤ ਕੀ ਹੋਇਆ? ਮੈਂ ਜਿਹੜੇ ਬੀਜਾਪੁਰ ਦੇ ਕਿਲੇ ਤੋਂ ਜਿਹੜੇ ਬੀਜਾਪੁਰ ਦੇ ਕਾਫੀ ਸਾਰੇ ਕਿਲੇ ਸੀਗੇ, ਫੋਰਟ ਸੀਗੇ, ਐਕਵਾਇਰ ਕੀਤੇ, ਉਹ ਉਹਨਾਂ ਨੂੰ ਵਾਪਸ ਛੱਡਨੇ ਪਏ। ਸਮਝ ਆ ਗਈ? ਕਲੀਅਰ ਹੈ? ਅੱਛਾ, ਹੋਰ ਦੱਸੋ ਹੋਰ ਕੀ ਪੜਿਆ ਸੀਗਾ ਆਪਾਂ ਨੇ? ਅੱਛਾ, ਇਹ ਦੱਸੋ ਜਿਹੜੇ ਦੋ ਟੈਕਸ ਕਲੈਕਟ ਕਰਦੇ ਸੀ ਮਰਾਠਾ, ਉਹਨਾਂ ਦਾ ਕੀ ਨਾਮ ਸੀ? ਤੁਸੀਂ ਬਿਲਕੁਲ ਨਹੀਂ ਬੋਲਦੇ, ਮੈਂ ਦੇਖਿਆ। ਤੁਸੀਂ ਕਿਉਂ ਨਹੀਂ ਬੋਲਦੇ? ਨਹੀਂ, ਇੱਕ ਮੁਖੀ ਸੀਗਾ, ਇੱਕ ਚੌਥ ਸੀਗਾ ਤੇ ਦੂਸਰਾ ਕਿਹੜਾ ਸੀਗਾ? ਉਹ 1/4 ਸੀਗਾ, ਉਹ 1/10 ਸੀਗਾ। ਇੱਕ ਚੌਥ ਸੀਗਾ, ਦੂਸਰਾ ਕਿਹੜਾ ਸੀਗਾ? ਸਰਦੇਸ਼। ਆਪਾਂ ਨੇ ਦੇਖੋ ਇੱਥੇ ਯਾਦ ਕਰਕੇ ਜਾਣਾ, ਤੁਸੀਂ ਧਿਆਨ ਰੱਖੋ, ਆਪਾਂ ਨੇ ਕਲਾਸ ਦੇ ਵਿੱਚ ਹੀ ਯਾਦ ਕਰਕੇ ਜਾਣਾ। ਇਹ ਆਪਣੇ ਮਾਈਂਡ ਨੂੰ ਕਦੇ ਨਹੀਂ ਕਹਿਣਾ ਕਿ ਆਪਾਂ ਘਰੇ ਜਾ ਕੇ ਰਿਵੀਜ਼ਨ ਕਰ ਲਾਂਗੇ। ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ, ਪਤਾ ਹੀ ਹੈ ਤੁਹਾਨੂੰ ਵੀ, ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਤੁਹਾਨੂੰ ਅੰਦਰੋਂ ਤਾਂ ਪਤਾ ਹੀ ਹੈ ਤੁਸੀਂ ਕਿੰਨੇ ਜ਼ਿਆਦਾ ਟਾਈਮ ਦੇ ਰਹੇ ਹੋ, ਕਿੰਨਾ ਟਾਈਮ ਹੁੰਦਾ ਤੁਹਾਡੇ ਕੋਲ ਰਿਵੀਜ਼ਨ ਦੇਣ ਦਾ। ਤਾਂ ਕੋਸ਼ਿਸ਼ ਬਾਰ-ਬਾਰ ਆਪਾਂ ਕਿਉਂ ਇੱਥੇ ਰਿਪੀਟ ਕਰਦੇ, ਇਹਦਾ ਪਰਪਸ ਇਹੀ ਹੈ ਤਾਂ ਕਿ ਤੁਹਾਨੂੰ ਯਾਦ ਹੋ ਜਾਏ। ਵੈਸੇ ਭੁੱਲ ਗਿਆ, ਸੁਣ ਕੇ ਯਾਦ ਹੋ ਜਾਏ। ਤਾਂ ਕੋਸ਼ਿਸ਼ ਕਰਿਆ ਕਰੋ, ਦਿਮਾਗ ਤੇ ਜ਼ੋਰ ਪਾਇਆ ਕਰੋ ਵੀ ਇੱਥੇ ਯਾਦ ਕਰਕੇ ਜਾਣਾ, ਪਾਰਟਿਸਿਪੇਟ ਕਰਿਆ ਕਰੋ, ਤਾਂ ਚੀਜ਼ਾਂ ਜ਼ਿਆਦਾ ਟਾਈਮ ਤੱਕ ਯਾਦ ਰਹਿੰਦੀਆਂ ਨੇ ਜੋ ਤੁਸੀਂ ਪਾਰਟਿਸਿਪੇਟ ਕਰਦੇ ਹੋ। ਨਹੀਂ ਭੁੱਲ ਗਏ ਤਾਂ ਦੂਸਰੇ ਬੰਦੇ ਬੋਲ ਰਹੇ ਨੇ, ਸੁਣੋ ਧਿਆਨ ਦੇ ਨਾਲ। ਆਪਾਂ ਕਈ ਵਾਰ ਇਨਸਟੈਂਟ ਆਨਸਰ ਨਹੀਂ ਵੀ ਦੇ ਪਾਉਂਦੇ, ਆਪਾਂ ਨੂੰ ਨਹੀਂ ਆਉਂਦਾ ਹੁੰਦਾ, ਪਰ ਦੂਸਰੇ ਨੂੰ ਸੁਣ ਲਓ, ਪਰ ਯਾਦ ਕਰੋ। ਸਮਝ ਆ ਗਈ? ਟ੍ਰੀਟੀ ਆਫ ਪੁਰੰਦਰ ਕਿਹੜੇ ਸਾਲ ਸਾਈਨ ਹੋਈ ਹੈ? 1665 ਦੇ ਵਿੱਚ। ਬੀਜਾਪੁਰ ਦੇ ਕਾਫੀ ਸਾਰੇ ਜਿਹੜੇ ਫੋਰਟ ਸੀਗੇ ਜਾਂ ਕਿਲੇ ਸੀ ਐਕਵਾਇਰ ਕੀਤੇ, ਉਹ ਛੱਡਨੇ ਪਏ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਇਹ ਦੱਸੋ ਕਿ ਜਿਹੜਾ ਸ਼ਿਵਾਜੀ ਦਾ ਕੋਰੋਨੇਸ਼ਨ ਹੋਇਆ ਕਿਹੜੇ ਸਾਲ 'ਚ ਹੋਇਆ? 74 ਚ। 74। ਅੱਛਾ, ਕਿਹੜੇ ਕਿੱਥੇ ਹੋਇਆ ਸੀਗਾ? ਰਾਏਗੜ੍ਹ। ਠੀਕ ਹੈ। ਅੱਛਾ, ਹੋਰ ਆਪਾਂ ਨੇ ਕੀ ਪੜਿਆ ਸੀਗਾ? ਇਹਨੂੰ ਮੈਡਮ 68 ਦੇ ਵਿੱਚ ਉਹ ਬਣਾਤਾ ਸੀਗਾ, ਰਾਜਾ ਹੋ ਗਿਆ 68 ਦੇ ਟਾਈਟਲ ਦੇ ਦਿੱਤੇ ਹਾਂ, ਤੇ 66 ਦੇ ਔਰੰਗਜ਼ੇਬ ਮਿਲਣ ਗਿਆ ਸੀਗਾ। 66 ਉਹ ਨਹੀਂ ਪੁੱਛਦਾ ਵੀ ਔਰੰਗਜ਼ੇਬ ਨੂੰ ਕਿਹੜੇ ਸਾਲ 'ਚ ਮਿਲਿਆ। ਆਪਾਂ ਨੂੰ ਟ੍ਰੀਟੀ ਆਫ ਪੁਰੰਦਰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਟ੍ਰੀਟੀ ਆਫ ਪੁਰੰਦਰ ਪੁੱਛਦਾ ਹੈ ਕਿ ਕਿਹਦੇ ਵਿੱਚ ਕਰ ਸਾਈਨ ਹੋਈ ਸੀ। ਇੱਕ ਪਾਸੇ ਜੈ ਸਿੰਘ ਸੀ, ਦੂਸਰੇ ਸਾਈਡ ਮਰਾਠਾ ਵਾਲੀ ਸਾਈਡ ਤੋਂ ਸ਼ਿਵਾਜੀ ਸੀਗੇ। ਠੀਕ ਹੈ, ਕਲੀਅਰ ਹੈ ਜੀ? ਹਾਂ, ਉਹ ਵੀ ਪੁੱਛ ਲੈਂਦੇ ਆ। ਠੀਕ ਹੈ, ਕਲੀਅਰ ਹੈ ਜੀ? ਅੱਛਾ, ਹਾਂ, ਆਪਾਂ ਗੱਲ ਕਰ ਰਹੇ ਸੀ ਦੋ ਟੈਕਸ ਦੀ, ਇੱਕ ਚੌਥ ਸੀਗਾ, ਇੱਕ ਸੀਗਾ ਸਰਦੇਸ਼ ਮੁਖੀ। ਚੌਥ ਕਿਹਨਾਂ ਤੋਂ ਕਲੈਕਟ ਕੀਤਾ ਜਾਂਦਾ ਸੀ? ਚੌਥ ਕਲੈਕਟ ਕੀਤਾ ਜਾਂਦਾ ਸੀ ਨੇਬਰਿੰਗ, ਜਿਹੜੇ ਗਵਾਂਢੀ ਸੀਗੇ, ਸਟੇਟ ਸੀਗੀਆਂ, ਉਹਨਾਂ ਤੋਂ। ਠੀਕ ਹੈ, ਕਿੰਨਾ? 1/4, 25%। ਅੱਛਾ, ਸਰਦੇਸ਼ ਮੁਖੀ ਕੀ ਕਰਦੇ ਸੀਗੇ? ਆਪਣੇ ਹੀ ਐਮਪਾਇਰ ਦੇ ਵਿੱਚ ਜਿਹੜਾ ਟੈਕਸ ਕਲੈਕਟ ਕਰਦਾ ਸੀਗਾ ਰਾਜਾ ਜਾਂ ਛਤਰਪਤੀ, ਉਹਨੂੰ ਕੀ ਬੋਲਦੇ ਸੀ? ਸਰਦੇਸ਼ ਮੁਖੀ। ਕਿੰਨਾ? 1/10। ਠੀਕ ਹੈ, 1/10 ਕੀ ਕਰਦੇ ਸੀਗੇ? ਆਪਣੇ ਏਰੀਆ ਦੇ ਵਿੱਚੋਂ ਕਲੈਕਟ ਕਰਦੇ ਸੀ। ਦੋਨੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਚੌਥ ਤੇ ਸਰਦੇਸ਼ ਮੁਖੀ। ਅੱਛਾ, ਮੇਨ ਕਾਰਨ ਕੀ ਬਣਿਆ ਸੀ ਅੱਗੇ ਜਾ ਕੇ? ਜਿਹੜਾ ਮਰਾਠਾ ਮੇਨ ਚੌਥ ਸੀਗਾ। ਠੀਕ ਹੈ, ਸਰਦੇਸ਼ ਮੁਖੀ ਤਾਂ ਲੈਣਾ ਹੀ ਲੈਣਾ ਸੀ, ਤਾਂ 1 ਟਾਈਮ ਕਾਫੀ ਮਿਨੀਮਮ ਸੀਗਾ, ਪਰ ਨੇਬਰਿੰਗ ਸਟੇਟ ਤੋਂ 25% ਟੈਕਸ ਲੈਂਦੇ ਹੁੰਦੇ ਸੀਗੇ। ਤਾਂ ਮੇਨ ਇੱਕ ਤਰੀਕੇ ਨਾਲ ਇਹ ਵੀ ਤਾਂ ਸੀਗਾ ਕਿ ਜਿਹੜੇ ਆਲੇ ਦਾਲੇ ਵਾਲੇ ਰਾਜੇ ਸੀਗੇ, ਇਹਨਾਂ ਦੇ ਕੀ ਸੀਗੇ? ਅਗੇਂਸਟ ਹੋ ਗਏ ਸੀਗੇ। ਠੀਕ ਹੈ, ਕਲੀਅਰ ਹੈ ਜੀ? ਚਲੋ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ। ਇੱਥੇ ਤੱਕ ਆਪਾਂ ਨੇ ਪੜ੍ਹ ਲਿਆ। ਲਓ, ਇੱਥੋਂ ਆਪਾਂ ਥੋੜਾ ਦੇਖ ਹੀ ਲੈਣੇ, ਆ ਵਾਲਾ ਵੀ ਥੋੜਾ ਜਿਹਾ ਹੋਇਆ ਵੀ ਲਾਈਟ ਹੈ। ਚਲੋ ਆ ਜਾਓ ਜੀ ਪਲੀਜ਼, ਕੀਪ ਕੁਆਇਟ। ਉਸ ਤੋਂ ਬਾਅਦ ਆਪਾਂ ਨੇ ਤਿੰਨ ਪੇਸ਼ਵਾ ਪੜ੍ਹ ਲਏ। ਪਹਿਲੇ ਕਿਹੜੇ ਸੀਗੇ? ਬਾਲਾਜੀ ਵਿਸ਼ਵਨਾਥ। ਦੂਜੇ ਕਿਹੜੇ ਸੀਗੇ? ਬਾਜੀਰਾਓ 1। ਤੀਸਰੇ ਕਿਹੜੇ ਸੀ? ਬਾਲਾਜੀ ਬਾਜੀਰਾਓ। ਤਿੰਨਾਂ ਬਾਰੇ ਆਪਾਂ ਨੇ ਡਿਸਕਸ ਕਰ ਲਿਆ। ਤੇ ਜਿਹੜੀ ਥਰਡ ਬੈਟਲ ਆਫ ਪਾਨੀਪਤ ਹੋਈ ਕਿਹਦੇ ਟਾਈਮ ਹੋਇਆ? ਬਾਜੀਰਾਓ। ਠੀਕ ਹੈ, ਬਾਲਾਜੀ ਬਾਜੀਰਾਓ ਦੇ ਟਾਈਮ। ਤੀਸਰੇ ਜਿਹੜਾ ਆਪਾਂ ਪੜ੍ਹੇ ਸੀਗੇ ਉਹਨਾਂ ਦੇ ਟਾਈਮ ਕੀ ਹੋਈ ਹੈ ਜੀ? ਬੈਟਲ ਆਫ ਪਾਨੀਪਤ ਸਾਈਨ ਹੋਈ ਹੈ। ਸਾਈਨ ਨਹੀਂ ਹੋਈ, ਬੈਟਲ ਹੋਈ ਹੈ। ਠੀਕ ਹੈ, ਹੁਣ ਆਪਾਂ ਚੌਥੇ ਪੇਸ਼ਵਾ ਪੜ੍ਹਦੇ ਹਾਂ। ਚੌਥੇ ਪੇਸ਼ਵਾ ਹੋਏ ਨੇ ਜੀ ਮਾਧਵ ਨਾਰਾਇਣ ਰਾਓ। ਇਹ ਵੀ ਕਾਫੀ ਕੀ ਸੀਗੇ ਜੀ? ਕੈਪੇਬਲ ਸੀ। ਇਹਨਾਂ ਬਾਰੇ ਦੇਖੋ, ਜਿਹੜੀਆਂ ਚੀਜ਼ਾਂ ਆਪਾਂ ਨੂੰ ਜ਼ਿਆਦਾ ਪੜ੍ਹਨੀਆਂ ਨੇ ਆਪਾਂ ਉਹੀ ਡਾਟਾ ਪੜਾਂਗੇ। ਇਹ ਵੀ ਕੈਪੇਬਲ ਸੀ, ਔਰ ਇਹਨਾਂ ਦੇ ਟਾਈਮ ਕੀ ਸੀਗਾ ਜੀ? ਸ਼ਾਹ ਆਲਮ ਦੀ ਸੈਕਿੰਡ
शाह आलम देखो मुगल ਜਿਹੜਾ ਪੀਰੀਅਡ ਆ ਉਹ ਨਾਲ ਚੱਲ ਰਿਹਾ ਮੁਗਲ ਕਿੱਥੇ ਰੂਲ ਕਰ ਰਹੇ ਸੀਗੇ ਦਿੱਲੀ ਦੇ ਉੱਪਰ ਇਹ ਕਿੱਥੇ ਰੂਲ ਕਰ ਰਹੇ ਸੀ ਮਹਾਰਾਸ਼ਟਰ ਵਾਲੇ ਏਰੀਆ ਦੇ ਵਿੱਚ ਉਹ ਨਾਲ ਕੰਟੈਂਪਰੇਰੀ ਨੇ ਠੀਕ ਹੈ ਤਾਂ ਸ਼ਾਹ ਆਲਮ 2 ਸੀਗਾ ਇਹਨਾਂ ਦੇ ਟਾਈਮ ਤੇ ਬਾਕੀ ਇਹਨਾਂ ਦੇ ਟਾਈਮ ਕੁਝ ਖਾਸ ਨਹੀਂ ਹੈਗਾ ਤਾਂ ਆਪਾਂ ਇਹਨਾਂ ਦੇ ਬਾਰੇ ਨਹੀਂ ਪੜ੍ਹਨਾ ਹੈਗਾ ਅੱਗੇ ਆਏ ਨੇ ਜੀ ਨਾਰਾਇਣ ਰਾਓ ਹੁਣ ਕੀ ਸੀਗਾ ਨਾਰਾਇਣ ਰਾਓ ਦਾ ਕੀ ਸੀਗਾ ਜੀ ਇੱਕ ਰਿਸ਼ਤੇਦਾਰ ਸੀਗਾ ਜਿਹਦਾ ਨਾਮ ਸੀਗਾ ਰਘੁਨਾਥ ਰਾਓ ਮਤਲਬ ਇਹਨਾਂ ਦਾ ਚਾਚਾ ਹੀ ਸੀਗਾ ਇਹ ਲਗਾ ਲਓ ਇਹਨਾਂ ਦੇ ਚਾਚਾ ਜੀ ਸੀਗੇ ਇਹਨਾਂ ਦੇ ਚਾਚਾ ਜੀ ਕੀ ਚਾਹੁੰਦੇ ਸੀਗੇ ਕਿ ਇਸ ਨੂੰ ਖਤਮ ਕਰਵਾ ਦਿੱਤਾ ਜਾਵੇ ਔਰ ਮੈਂ ਕੀ ਬਣ ਜਾ ਛਤਰਪਤੀ ਬਣ ਜਾ ਠੀਕ ਹੈ ਮਤਲਬ ਹੁੰਦੇ ਨੇ ਨਾ ਜਿਹੜਾ ਇੱਕ ਮੇਨ ਰਾਜਾ ਹੁੰਦਾ ਉਹਦੇ ਮੇਨ ਰਿਲੇਟਿਵਸ ਹੀ ਹੁੰਦੇ ਨੇ ਉਹਦੇ ਦੁਸ਼ਮਣ ਹੁੰਦੇ ਨੇ ਕਿ ਅਸੀਂ ਇਹਨੂੰ ਸਾਈਡ ਤੇ ਕਰਕੇ ਆਪਣੇ ਮੁੰਡੇ ਜਾਂ ਖੁਦ ਅਸੀਂ ਕੀ ਬਣ ਜਾਈਏ ਰਾਜਾ ਬਣ ਜਾਈਏ ਤਾਂ ਸਿਮਿਲਰ ਇਹੀ ਸੀਗਾ ਨਾਰਾਇਣ ਰਾਓ ਦਾ ਇੱਕ ਦੁਸ਼ਮਣ ਸੀਗਾ ਜਿਹਦਾ ਨਾਮ ਸੀਗਾ ਰਘੁਨਾਥ ਰਾਓ ਹੁਣ ਦੇਖੋ ਜਿਹੜਾ ਅੰਗਰੇਜ਼ਾਂ ਦੀਆਂ 3 ਲੜਾਈਆਂ ਹੋਈਆਂ ਨੇ ਆਪਾਂ ਨੇ ਮਰਾਠਾ ਦੇ ਨਾਲ ਉਹ ਕਿਹਦੀ ਵਜ੍ਹਾ ਕਰਕੇ ਹੋਈਆਂ ਨੇ ਇਸ ਰਘੁਨਾਥ ਰਾਓ ਦੀ ਵਜ੍ਹਾ ਕਰਕੇ ਹੀ ਹੋਈਆਂ ਨੇ ਸਮਝ ਆ ਗਈ ਜਿਵੇਂ ਆਪਾਂ ਪੜਿਆ ਸੀ ਨਾ ਬੈਟਲ ਆਫ ਉਹਦੇ ਵਿੱਚ ਬਕਸਰ ਦੇ ਵਿੱਚ ਸੌਰੀ ਪਲਾਸੀ ਦੇ ਵਿੱਚ ਵੀ ਜਿਹੜਾ ਮੀਰ ਜ਼ਾਫਰ ਸੀਗਾ ਉਹ ਕਿਹਨਾਂ ਦੇ ਨਾਲ ਜਾ ਕੇ ਮਿਲ ਗਿਆ ਈਸਟ ਇੰਡੀਆ ਕੰਪਨੀ ਦੇ ਨਾਲ ਮਿਲ ਗਿਆ ਕਿਉਂ ਕਿਉਂਕਿ ਉਹ ਸਿਰਾਜੁਦੌਲਾ ਨੂੰ ਸਾਈਡ ਤੇ ਕਰਾਉਣਾ ਚਾਹੁੰਦਾ ਸੀ ਖੁਦ ਕੀ ਬਣਨਾ ਚਾਹੁੰਦਾ ਸੀ ਰਾਜਾ ਤਾਂ ਸੇਮ ਰਘੁਨਾਥ ਰਾਓ ਕਿਹਦੇ ਕੋਲ ਪਹੁੰਚ ਗਿਆ ਈਸਟ ਇੰਡੀਆ ਕੰਪਨੀ ਦੇ ਕੋਲ ਈਸਟ ਇੰਡੀਆ ਕੰਪਨੀ ਤੋਂ ਮਰਾਠਾ ਨੂੰ ਵੈਸੀ ਪ੍ਰੋਬਲਮ ਸੀ ਕਿਉਂਕਿ ਮਰਾਠਾ ਕਾਫੀ ਜ਼ਿਆਦਾ ਪਾਵਰਫੁਲ ਸੀਗੇ ਔਰ ਵੈਸੇ ਜਿਹੜੇ ਬ੍ਰਿਟਿਸ਼ਰ ਸੀਗੇ ਐਵੇਂ ਕਿਸੇ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਸੀ ਉਹਨਾਂ ਨੂੰ ਇੱਕ ਬਹਾਨਾ ਚਾਹੀਦਾ ਸੀਗਾ ਔਰ ਉਹਨਾਂ ਨੂੰ ਇਹ ਪੁਆਇੰਟ ਮਿਲ ਗਿਆ ਰਘੁਨਾਥ ਰਾਓ ਦੇ ਉਹਦੇ ਨਾਲ ਹੀ ਮਿਲ ਕੇ ਇਹਨਾਂ ਨੇ ਯੁੱਧ ਕੀਤੇ 3 ਤੇ ਔਰ ਲਾਸਟ 3rd ਬੈਟਲ ਦੇ ਵਿੱਚ ਇਹਨਾਂ ਨੇ ਮਰਾਠਾ ਨੂੰ ਕੰਪਲੀਟਲੀ ਕੀ ਕਰਤਾ ਖਤਮ ਕਰਤਾ ਔਰ ਜਿਹੜੇ ਲਾਸਟ ਸੀਗੇ ਪੇਸ਼ਵਾ ਬਾਜੀ ਰਾਓ 2 ਉਹਨਾਂ ਨੂੰ ਕਿੱਥੇ ਭੇਜਦਾ ਸੀਗਾ ਕਾਨਪੁਰ ਔਰ ਇਹਨਾਂ ਦੇ ਹੀ ਬੇਟੇ ਸੀਗੇ ਅੱਗੇ ਨਾਨਾ ਸਾਹਿਬ ਠੀਕ ਹੈ ਨਾਨਾ ਸਾਹਿਬ ਉਹਨਾਂ ਟਾਈਮ ਤੱਕ ਕੁਝ ਨਹੀਂ ਬੋਲੇ ਜਿੰਨਾ ਟਾਈਮ ਤੱਕ ਇਹਨਾਂ ਨੂੰ ਪੈਨਸ਼ਨ ਮਿਲਦੀ ਰਹੀ ਪਰ ਉਸ ਤੋਂ ਬਾਅਦ ਇਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਔਰ ਇਹਨਾਂ ਨੇ 1857 ਦੇ ਰਿਵੋਲਟ ਦੇ ਵਿੱਚ ਪਾਰਟਿਸਿਪੇਟ ਕੀਤਾ ਠੀਕ ਹੈ ਕਲੀਅਰ ਹੈ ਸਮਝ ਆ ਗਿਆ अच्छा चलो ये तो अपन ने देख ही लिया हुन देखो आगे की होया आगे आ गया जी माधव राव सेकंड आपन ने देखो आ नहीं इतना याद रखने की लोड़ आ भी नहीं अपन ਨੂੰ हल्का सा नाम पता होना चाहिए उस तो बाद अपन आ ए दी बारे पता होना चाहिए पहले 3 बारे पता होना चाहिए और आ वाला लास्ट बारे पता होना चाहिए हुन देखो की होया आगे सीगा माधव राव 2 ਹੁਣ ਜਦੋਂ ਇਹ ਤੋਂ ਬਾਅਦ ਇਹਨੂੰ ਨਾ ਬਚਪਨ ਦੇ ਵਿੱਚ ਹੀ ਕੀ ਬਣਾ ਦਿੱਤਾ ਗਿਆ ਰਾਜਾ ਬਣਾ ਦਿੱਤਾ ਗਿਆ ਕਿਉਂਕਿ ਇਹਦੀ ਡੈਥ ਹੋ ਗਈ ਠੀਕ ਹੈ ਔਰ ਇਹਨੂੰ ਰਾਜਾ ਬਣਾ ਦਿੱਤਾ ਗਿਆ ਇਹ ਉਸ ਟਾਈਮ ਦੇ ਵਿੱਚ ਕੀ ਸੀ ਕਾਫੀ ਜ਼ਿਆਦਾ ਬੱਚਾ ਸੀਗਾ ਤਾਂ 12 ਮਿਨਿਸਟਰ ਸੀਗੀ ਇਹਨੂੰ ਕੀ ਕਰਦੇ ਸੀ ਅਸਿਸਟ ਕਰਦੇ ਸੀ ਹੁਣ ਰਘੁਨਾਥ ਰਾਓ ਨੂੰ ਪਤਾ ਲੱਗ ਗਿਆ ਕਿ ਇੱਕ ਬਹੁਤ ਵਧੀਆ ਮੌਕਾ ਤਾਂ ਇਹਨਾਂ ਨੇ ਈਸਟ ਇੰਡੀਆ ਕੰਪਨੀ ਦੇ ਨਾਲ ਮਿਲ ਕੇ ਠੀਕ ਹੈ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਬਹਾਨਾ ਲੱਭ ਕੇ ਕੀ ਕੀਤਾ ਜੀ ਇਹਦੇ ਉੱਪਰ ਅਟੈਕ ਕਰਤਾ ਤਾਂ ਫਸਟ ਐਂਗਲੋ ਮਰਾਠਾ ਵਾਰ ਜਿਹੜੀ ਹੋਈ ਸੀ ਉਸ ਟਾਈਮ 'ਚ ਪੇਸ਼ਵਾ ਕੌਣ ਸੀ ਮਾਧਵ ਰਾਓ ਸੈਕੰਡ ਸੀਗਾ समझ आ गई उस तो बाद ਜਦੋਂ ਇੰਨਾ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਸੀ ਇੱਕ ਛੋਟਾ ਜਿਹਾ ਬੱਚਾ ਨਹੀਂ ਝੇਲ ਪਾਇਆ ਤੇ ਇਹਦੀ ਡੈਥ ਹੋ ਗਈ ਅਗਲੇ ਜਿਹੜੇ ਪੇਸ਼ਵਾ ਬਣ ਗਏ ਉਹ ਬਣ ਗਏ ਜੀ ਬਾਜੀ ਰਾਓ ਸੈਕੰਡ ਦੂਸਰੀ ਔਰ ਤੀਸਰੀ ਜਿਹੜੀ ਐਂਗਲੋ ਮਰਾਠਾ ਵਾਰ ਹੋਈ ਆ ਉਹ ਬਾਜੀ ਰਾਓ ਸੈਕੰਡ ਦੇ ਟਾਈਮ ਹੋਈ ਆ ਸਮਝ ਆ ਗਈ ਬਾਜੀ ਰਾਓ ਸੈਕੰਡ ਦੇ ਟਾਈਮ ਹੋਈ ਆ ਔਰ ਬਾਜੀ ਰਾਓ ਜਦੋਂ ਐਟ ਦਾ ਐਂਡ ਕੀ ਹੋ ਗਏ ਇਹ ਲੜਾਈ ਦੇ ਵਿੱਚ ਹਾਰ ਗਏ ਤਾਂ ਇਹਨਾਂ ਨੂੰ ਕੀ ਕਿਹਾ ਮਤਲਬ ਬ੍ਰਿਟਿਸ਼ਰਸ ਨੇ ਕੀ ਕਿਹਾ ਦੇਖੋ ਤੁਸੀਂ ਇੱਥੇ ਰਹਿ ਕੇ ਕੀ ਕਰੋਗੇ ठीक है वैसे भी तो तुसी एम्पायर संभाल रहे हो और एम्पायर जब तुसी संभालदे एज अ राजा बन के बैठे तुहानू किन्ने पैसे आंदे ने मतलब साल दे ये कहंदे मान लो 50-60 लाख रुपए आंदा ये कहंदे भी ਅਸੀਂ ਤੁਹਾਨੂੰ 50-60 ਲੱਖ ਰੁਪਏ ਪੈਨਸ਼ਨ ਦੇ ਦਿੰਦੇ ਆ ਤੁਸੀਂ ਆਪਣਾ ਕੀ ਕਰੋ ਜਾ ਕੇ ਆਰਾਮ ਨਾਲ ਕਾਨਪੁਰ ਚਲੇ ਜਾਓ ਤੁਸੀਂ ਉੱਥੇ ਚਲੇ ਜਾਓ ਇਹਨਾਂ ਨੇ ਸੋਚਿਆ ਵੀ ਆਪਾਂ ਨੂੰ ਕੀ ਮਾੜਾ ਹੈ ਵੀ ਆਰਾਮ ਨਾਲ ਬੈਠਦੇ ਆਪਾਂ ਜਾ ਕੇ ਐਸ਼ ਕਰਦੇ ਆ ਤੇ ਕਿੱਥੇ ਚਲੇ ਗਏ ਜੀ ਕਾਨਪੁਰ ਚਲੇ ਗਏ ਹੁਣ ਦੇਖੋ ਲੌਂਗ ਟਰਮ ਜਿਹੜੇ ਅੰਗਰੇਜ਼ ਸੀਗੇ ਉਹਨਾਂ ਦੀ ਪਾਲਿਸੀ ਕੀ ਸੀਗੀ ਕਿ ਇਹਨਾਂ ਨੂੰ 10-12 ਸਾਲ ਆਪਾਂ ਪੈਨਸ਼ਨ ਦਵਾਂਗੇ ਉਸ ਤੋਂ ਬਾਅਦ ਕੀ ਕਰ ਦਾਂਗੇ ਬੰਦ ਕਰ ਦਾਂਗੇ ਤਾਂ ਸਿਮਿਲਰ ਇਹ ਹੋਇਆ ਇਹਨਾਂ ਦਾ ਅਡਾਪਟਡ ਸਨ ਸੀਗਾ ਅੱਗੇ ਜਿਹਦਾ ਨਾਮ ਕੀ ਸੀਗਾ ਜੀ ਨਾਨਾ ਸਾਹਿਬ ਜਦੋਂ ਉਹਦੀ ਵਾਰੀ ਆਈ ਤਾਂ ਉਹਨੂੰ ਪੈਨਸ਼ਨ ਦੇਣ ਤੋਂ ਬੰਦ ਕਰਤੀ ਔਰ 1857 ਦੇ ਰਿਵੋਲਟ ਦੇ ਵਿੱਚ ਨਾਨਾ ਸਾਹਿਬ ਨੇ ਕੀ ਕੀਤਾ ਜੀ ਪਾਰਟਿਸਿਪੇਟ ਕੀਤਾ ਸਮਝ ਆ ਗਈ ਕਲੀਅਰ ਹੈ ਦੇਖੋ ਨਾਨਾ ਸਾਹਿਬ ਦਾ ਜਿਹੜਾ ਨਾਨਾ ਸਾਹਿਬ ਕੀ ਸੀਗਾ ਜੀ ਸਨ ਸੀਗਾ ਬਾਜੀ ਰਾਓ ਸੈਕੰਡ ਦਾ ਉਸ ਤੋਂ ਬਾਅਦ ਕੀ ਹੋਇਆ ਜੀ ਹੁਣ ਦੇਖੋ ਕੀ ਸੀਗਾ ਜਦੋਂ ਮਰਾਠਾ ਦਾ ਹੁਣ ਦੇਖੋ ਆਪਾਂ ਨੇ ਕੀ ਪੜਿਆ ਆਪਾਂ ਨੇ ਪੜਿਆ ਕਿ ਜਿਹੜੇ ਮਰਾਠਾ ਸੀਗੇ ਇੱਥੇ ਮਹਾਰਾਸ਼ਟਰ 'ਚ ਰੂਲ ਕਰਦੇ ਸੀਗੇ ਜਿਹੜਾ ਲਾਸਟ ਮਰਾਠਾ ਉਸ ਤੋਂ ਬਾਅਦ ਮਰਾਠਾ ਨੂੰ ਐਕਵਾਇਰ ਕਿਹਨੇ ਕਰ ਲਿਆ ਪੇਸ਼ਵਾ ਨੇ ਪੇਸ਼ਵਾ ਮੇਨ ਬਣ ਗਏ ਸੀ ਨਾ ਰਾਈਟ ਹੁਣ ਪੇਸ਼ਵਾ ਜਿਹੜਾ ਲਾਸਟ ਪੇਸ਼ਵਾ ਹੋਇਆ ਉਹਨੂੰ ਕਿੱਥੇ ਭੇਜਤਾ ਯੂਪੀ ਕਾਨਪੁਰ ਵਾਲੀ ਸਾਈਡ ਭੇਜਤਾ ਹੁਣ ਆਬਵੀਅਸਲੀ ਇੱਥੇ ਸੀਗੇ ਜਿਹੜੇ ਪੇਸ਼ਵਾ ਤਾਂ ਰਿਮੂਵ ਹੋ ਗਏ ਤਾਂ ਇੱਥੇ ਪੇਸ਼ਵਾ ਦੀਆਂ ਕਿ ਛੋਟੀਆਂ-ਛੋਟੀਆਂ ਟੁਕੜੀਆਂ ਬਚ ਗਈਆਂ ਜਿਹਨੂੰ ਬੋਲਦੇ ਸੀਗੇ ਪਿੰਡਾਰੀ ਇਹ ਕੀ ਹੁੰਦੇ ਸੀ ਇਹਨਾਂ ਦੇ ਛੋਟੇ ਕੀ ਹੁੰਦੀ ਸੀ ਲਾਈਕ ਆਰਮੀ ਹੁੰਦੀ ਸੀ ਜੰਗਲ 'ਚ ਛਿਪ ਕੇ ਰਹਿੰਦੇ ਸੀਗੇ ਔਰ ਕਿਹਦੇ ਉੱਪਰ ਅਟੈਕ ਕਰਦੇ ਸੀ ਬ੍ਰਿਟਿਸ਼ਰਸ ਦੇ ਉੱਪਰ ਅਟੈਕ ਕਰਦੇ ਸੀ ਤਾਂ ਪਿੰਡਾਰੀ ਕੀ ਸੀਗੇ ਜੀ ਇਹ ਮਰਾਠਾਸ ਦੀਆਂ ਹੀ ਕੀ ਸੀਗੀਆਂ ਸਬ ਪਾਰਟਸ ਸੀਗੇ ਜਾਂ ਸਬ ਯੂਨਿਟ ਸੀਗੀਆਂ ਜਿਨ੍ਹਾਂ ਨੂੰ ਕਿਹਨੇ ਖਤਮ ਕੀਤਾ ਵੌਨ ਹੇਸਟਿੰਗ ਨੇ ਐਟ ਦਾ ਐਂਡ ਇਹਨਾਂ ਨੂੰ ਵੀ ਖਤਮ ਕਰਤਾ ਠੀਕ ਹੈ ਥੋੜੇ ਗਰੁੱਪ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤਾਂ ਐਦਾਂ ਮਰਾਠਾ ਐਮਪਾਇਰ ਸ਼ੁਰੂ ਹੋਇਆ ਛਤਰਪਤੀ ਸ਼ਿਵਾਜੀ ਤੋਂ ਔਰ
थर्ड एंग्लो मराठा वार तक आंदे आंदे की हो गया जी, ये खत्म हो गया। समझ आ गई? क्लियर है? कोई डाउट तो नहीं? अच्छा लास्ट जेडे मराठा सीगे जी की सी उन्हां दा नाम? शाहू बाजीराव सेकंड। लास्ट पेशवा सीगे उन्हां दा नाम की बाजीराव सी? सेकंड। ठीक है जी।